ਸਾਨੂੰ ਵੀ ਅਹਿਸਾਸ ਨਹੀਂ ਸੀ। ਉਹ ਅਹਿਸਾਸ ਸਾਨੂੰ ਹੋਇਆ ਪਿਛਲੇ ਸਾਲ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਇੱਕ ਮੀਟਿੰਗ ਹੋਈ ਹੈ ਜੀ। ਜਥੇਦਾਰ ਅਕਾਲ ਤਖਤ ਸਾਹਿਬ ਨੇ ਉਹ ਮੀਟਿੰਗ ਦੀ ਆਰੰਭਤਾ ਦੇ ਵਿੱਚ ਜਦੋਂ ਥੋੜੀ ਜਿਹੀ ਭੂਮਿਕਾ ਦੇ ਵਿੱਚ ਕੁਝ ਗੱਲਾਂ ਕਹੀਆਂ, ਉਹਦੇ ਵਿੱਚ ਉਹਨਾਂ ਨੇ ਗੱਲ ਕਹੀ ਕਿ 12 ਮਈ 2019 ਤੱਕ 250 ਤੋਂ ਵੱਧ ਵਾਰ ਐਸੀਆਂ ਘਟਨਾਵਾਂ ਹੋ ਚੁੱਕੀਆਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ 250 ਵਾਰ ਹੋ ਚੁੱਕੀਆਂ। ਜੀ। ਉਹ ਲਫ਼ਜ਼ ਸੁਣ ਕੇ ਰਿਹਾ ਨਹੀਂ ਗਿਆ ਭਾਈ ਸਾਹਿਬ। ਦੇਖੋ ਅਸੀਂ ਕਿੱਡੇ ਨਲਾਇਕ ਬੱਚੇ ਆ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ 250 ਦਾ ਅੰਕੜਾ ਪਹੁੰਚ ਗਿਆ। ਅਸੀਂ ਉਹ 250 ਦਾ ਲਫ਼ਜ਼ ਸੁਣ ਕੇ ਆਪਣੇ ਆਪ ਨੂੰ ਕਹਿ ਲਓ ਲਾਹਨਤਾਂ ਪਾ ਕੇ ਘਰੋਂ ਤੁਰੇ ਆ। ਜਿਹੜਾ ਇਹ ਮਸਲਾ ਤੁਸੀਂ ਹੁਣ ਕਿਉਂ ਉਠਾ ਰਹੇ ਹੋ ਤੇ ਕੀ ਤੁਹਾਨੂੰ ਜਿਹੜੇ ਦੂਜੇ ਸੰਸਥਾਵਾਂ ਜਾਂ ਦੂਜੀਆਂ ਰਾਜਨੀਤਿਕ ਲੀਡਰਾਂ ਵੱਲੋਂ ਸਮੇਂ-ਸਮੇਂ ਤੇ ਉਠਾਏ ਉਹਨਾਂ ਤੇ ਪੂਰੀ ਰੂਪ ਦੇ ਵਿੱਚ ਜਿਹੜਾ ਭਰੋਸਾ ਹੈ ਉੱਠ ਚੁੱਕਿਆ? ਅਸੀਂ ਉਹਨਾਂ ਕੋਲ ਕੋਈ ਭੀਖ ਨਹੀਂ ਮੰਗਦੇ ਪਏ। ਇਹਨਾਂ ਦੀ ਜ਼ਿੰਮੇਵਾਰੀ ਹੈ ਜੇ ਬੇਅਦਬੀਆਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਜਾਬ 'ਚ ਹੋ ਰਹੀਆਂ ਨੇ ਤੇ ਇਸ ਤੋਂ ਵੱਡਾ ਗੰਭੀਰ ਮਸਲਾ ਕੀ ਹੋ ਸਕਦਾ ਹੈ? ਜਿਹੜੇ ਗੁਟਕਾ ਸਾਹਿਬ ਦੀਆਂ ਸਹੁੰਆਂ ਖਾ ਕੇ ਕੁਰਸੀਆਂ ਤੇ ਬੈਠੇ ਸੀ ਨਾ, ਉਹ ਜਦੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਬੇਅਦਬੀ ਹੁੰਦੀ ਹੈ ਉਹ ਤਖਤ ਸਾਹਿਬ ਨਹੀਂ ਆਉਂਦੇ, ਹੁਸ਼ਿਆਰਪੁਰ ਆਪਣਾ ਕੋਈ ਪੋਲੀਟੀਕਲ ਦੌਰਾ ਕਰਕੇ ਤੇ ਵਾਪਸ ਚਲੇ ਜਾਂਦੇ ਨੇ। ਅਸੀਂ ਉਸ ਦਿਨ ਵੀ ਉਹਨਾਂ ਨੂੰ ਇੱਕ ਵੰਗਾਰ ਪਾਈ ਸੀ ਕਿ ਕੈਪਟਨ ਸਾਹਿਬ ਅੱਜ ਤੁਹਾਨੂੰ ਆਉਣਾ ਚਾਹੀਦਾ ਸੀ। ਕੀ ਦਰਦ ਐਡਾ ਵੱਡਾ ਜੀ। ਭਾਈ ਸਾਹਿਬ ਕਿਸੇ ਦੇ ਘਰ ਦੇ ਵਿੱਚ ਮਰਗ ਹੋ ਜਾਏ ਨਾ ਤੇ ਜਿਹੜਾ ਘਰ ਦਾ ਜੀ ਹੁੰਦਾ ਨਾ ਉਹਨੂੰ ਬਾਰ-ਬਾਰ ਉਹ ਗੱਲਾਂ ਕਹਿਣੀਆਂ ਪੈਂਦੀਆਂ। ਹੁਣ 145 ਵਾਰੀ ਆਪਣੇ ਗੁਰੂ ਦੀ ਬੇਅਦਬੀ ਦੀ ਗੱਲ ਕਰਨੀ ਕਿੱਡੀ ਔਖੀ ਆ, ਇਹ ਸ਼ਾਇਦ ਇਹ ਲੀਡਰ ਨਹੀਂ ਜਾਣਦੇ। ਕੇਜਰੀਵਾਲ ਸਾਹਿਬ ਨੂੰ ਮਿਲੇ ਸੀ? ਹਾਂ, ਕੇਜਰੀਵਾਲ ਸਾਹਿਬ ਦੀ ਉਸ ਵੇਲੇ ਉਹ ਚੱਲਦੀ ਪਈ ਸੀ ਜਿਹੜੀ ਆਪਣਾ ਰੈਲੀ ਸੀਗੀ, ਉਸ ਵੇਲੇ ਪੋਲੀਟੀਕਲ ਰੈਲੀ ਜਿੱਦਾਂ ਚੱਲਦੀ ਸੀ, ਨਾਲ ਕ੍ਰਿਸਮਸ ਦਾ ਪ੍ਰੋਗਰਾਮ ਸੀ, ਕਾਫੀ ਉੱਥੇ ਭਰਿਆ ਪਿਆ ਸੀ ਪੰਡਾਲ। ਮੈਂ ਜਦੋਂ ਸਟੇਜ ਤੇ ਗਿਆ ਸਾਰੀ ਕਾਰਵਾਈ ਉਹਨਾਂ ਰੋਕਤੀ। ਕੇਜਰੀਵਾਲ ਸਾਹਿਬ ਮੇਰੇ ਤੋਂ ਮੈਮੋਰੈਂਡਮ ਲੈ ਰਹੇ ਨੇ ਤੇ ਉਹ ਡਿਸਕਸ ਥੋੜਾ ਜਿਹਾ ਕੀਤਾ ਇਨ ਸ਼ਾਰਟ। ਤੇ ਜਿੰਨੀ ਦੇਰ ਮੈਂ ਸਟੇਜ ਤੇ ਰਿਹਾ, ਜਿੰਨੀ ਦੇਰ ਵੀ ਸਟੇਜ ਤੇ ਰਿਹਾ ਨਾ, ਉਨੀ ਦੇਰ ਉਹ ਹੱਥ ਜੋੜ ਕੇ ਖੜੇ ਰਹੇ ਭਾਈ ਸਾਹਿਬ। ਹੁਣ 24 ਘੰਟਿਆਂ ਦੀ ਗੱਲ ਉਹ ਸਾਨੂੰ ਵੀ ਯਾਦ ਆ, ਅਸੀਂ ਇਸ ਚੀਜ਼ ਨੂੰ ਵੀ ਮੀਡੀਆ 'ਚ ਕੋਟ ਕਰਦੇ ਹਾਂ। 24 ਘੰਟਿਆਂ ਦੀ ਗੱਲ ਕਰ ਰਹੇ ਸੀ, 24 ਦਸੰਬਰ ਤੋਂ ਲੈ ਕੇ 24 ਜੂਨ ਵੀ ਲੰਘ ਗਈ ਹੈ। 6 ਮਹੀਨੇ ਤੋਂ ਵੱਧ ਸਮਾਂ ਲੰਘ ਚੁੱਕਾ ਉਸ ਗੱਲ ਨੂੰ। ਇਹਨਾਂ ਦੀ ਸਰਕਾਰ ਬਣੀ ਨੂੰ ਵੀ 100 ਦਿਨ ਤੋਂ ਉੱਤੇ ਹੋ ਗਿਆ। ਇਟ ਮੀਨ ਜੇ ਕੇਜਰੀਵਾਲ ਸਾਹਿਬ ਦੇ 24 ਘੰਟੇ ਉਹ ਕਿੰਨੇ ਕੁ ਮਹੀਨਿਆਂ ਦੇ ਜਾਂ ਕਿੰਨੇ ਕੁ ਦਿਨਾਂ ਦੇ ਹੋਣੇ ਆ, ਪੁੱਛ ਲੈਣਾ ਸੀ ਤੁਸੀਂ। ਇਹ ਹੁਣ ਮੈਨੂੰ ਲੱਗਦਾ ਉਹਨਾਂ ਨੂੰ ਦੱਸਣਾ ਪੈਣਾ। ਉਹ ਜਿਹੜੇ 5 ਮਿੰਟਾਂ 'ਚ ਜਿਹੜਾ ਮੈਮੋਰੈਂਡਮ ਦਿੱਤਾ ਗਿਆ ਸੀ, ਅੱਜ 40 ਦਿਨਾਂ ਦੇ ਵਿੱਚ ਨਹੀਂ ਉਹ ਦਿੱਤਾ ਜਾ ਪਾ ਰਿਹਾ। ਮੰਤਰੀ ਉਹ ਮੋਸਟ ਐਕਟਿਵ ਮੰਤਰੀ ਕਹਿ ਸਕਦੇ ਜਿਹੜੇ ਏਡੇ ਕਬਜ਼ੇ ਛੁਡਾ ਰਹੇ ਹਨ। ਅਸੀਂ ਉਹਨਾਂ ਕੋਲ ਚਲ ਗਏ ਟਾਈਮ ਲੈ ਕੇ। 27 ਤਰੀਕ ਨੂੰ ਸਵੇਰ ਵੇਲੇ ਉਹਨਾਂ ਦੇ ਕੋਲ ਚਲੇ ਗਏ। ਉਹਨਾਂ ਨੇ ਜਿਹੜੀ ਗੱਲ ਕਹੀ ਉਹਨੇ ਸਾਨੂੰ ਹੋਰ ਹੈਰਾਨ ਕਰਤਾ। ਉਹ ਕਹਿੰਦੇ ਸਾਡੀ ਫੋਨ ਤੇ ਗੱਲ ਨਹੀਂ ਹੁੰਦੀ ਮੁੱਖ ਮੰਤਰੀ ਸਾਹਿਬ ਨਾਲ। ਉਦੋਂ ਕੋਈ ਗੁਰਪ੍ਰੀਤ ਸਿੰਘ ਹੋਰ ਤਾਂ ਨਹੀਂ ਸੀਗਾ ਵੀ ਜਿਹਨੂੰ ਤੁਸੀਂ ਸਟੇਜ ਤੇ ਸੱਦ ਕੇ ਤੇ ਤੁਸੀਂ ਉਹ ਮੈਂ ਸਾਰੀ ਵੀਡੀਓ ਵੀ ਤੁਹਾਡੇ ਕੋਲ ਹੋਏਗੀ, ਉਹ ਤੁਸੀਂ ਦਿਖਾ ਸਕਦੇ ਹੋ ਉਦਣ ਕੀ ਸੀ ਤੇ ਅੱਜ ਕੀ ਬਣ ਗਿਆ, ਕੀ ਗੱਲ ਹੋ ਗਈ ਹੈ। ਇਹ ਕੋਈ ਡਾਟਾ ਡਿਲੀਟ ਹੋ ਗਿਆ ਕਿ ਬੇਅਦਬੀ ਲਫ਼ਜ਼ ਹੀ ਡਿਲੀਟ ਹੋ ਗਿਆ? ਆ ਪੂਰਾ ਸੈਸ਼ਨ ਚੱਲਿਆ ਕਿਤੇ ਬੇਅਦਬੀ ਦਾ ਇੱਕ ਲਫ਼ਜ਼ ਕਿ ਸਰਕਾਰੀ ਪੱਖ ਤੋਂ ਆਇਆ ਹੋਏ ਤੇ ਮੈਨੂੰ ਦੱਸੋ। ਵੀ ਤੁਸੀਂ ਰੋਪੜ ਗਏ, ਸੁਨਾਮ ਗਏ, ਢਾਲੀਵਾਲ ਗਏ, ਕਾਫੀ ਜਗ੍ਹਾ ਜਾਏ, ਕੀ ਗੱਲ ਅੰਮ੍ਰਿਤਸਰ ਨਹੀਂ ਗਏ? ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਨਹੀਂ ਮਿਲੇ? ਉਹਨਾਂ ਨੂੰ ਵੀ ਸਾਈਡ ਲਾਈਨ ਤੇ ਲਾ ਕੇ ਰੱਖਿਆ ਹੋਇਆ। ਹੁਣ ਇਹ ਕੀ ਕਰੀਏ? ਜਦੋਂ ਕੁਰਸੀ ਤੇ ਬੈਠਦੇ ਨੇ ਪਤਾ ਨਹੀਂ ਕੀ ਉਹ ਚੀਜ਼ ਹੈ ਕਿ ਇਹ ਬੇਅਦਬੀ ਭੁੱਲ ਜਾਂਦੀ ਹੈ, ਬਾਕੀ ਸਾਰਾ ਕੁਝ ਯਾਦ ਰਹਿ ਜਾਂਦਾ। ਇੱਕ ਜਵਾਬ ਤਾਂ ਵੇਖੋ ਦੇ ਦਿੱਤਾ, ਇੱਕ ਤਾਂ ਜਵਾਬ ਇਹਨਾਂ ਨੂੰ ਦੇ ਦਿੱਤਾ। ਤੁਸੀਂ ਵੀ ਸੁਣਾ, ਤੁਹਾਡੇ ਏਰੀਏ ਨੇ ਜਵਾਬ ਦੇ ਦਿੱਤਾ। ਜੇ ਤੁਹਾਨੂੰ ਬੇਅਦਬੀ ਨਹੀਂ ਯਾਦ ਤੇ ਸਾਨੂੰ ਤੁਸੀਂ ਵੀ ਨਹੀਂ ਯਾਦ। ਤੁਹਾਡੀ ਕੋਈ ਜਿਹੜੀ ਸੰਸਥਾ ਹੈਗੀ ਹੈ, ਇਹਨੂੰ ਪਿੱਛੇ ਕਿਸੇ ਰਾਜਨੀਤਿਕ ਪਾਰਟੀ ਦੀ ਸਹਾਇਤਾ ਨਹੀਂ ਹੈਗੀ? ਮੈਂ ਫੇਰ ਇਹ ਗੱਲ ਕਹਿਣਾ, ਭਗਵੰਤ ਮਾਨ ਸਾਹਿਬ ਜਦੋਂ ਤੁਸੀਂ ਸਪੈਸ਼ਲ ਸੈਸ਼ਨ ਬੁਲਾਇਆ ਸੀ ਮੋਦੀ ਸਾਹਿਬ ਦੇ ਉਸ ਕਾਨੂੰਨ ਦੇ ਖਿਲਾਫ ਜਿਹੜਾ ਉਹਨਾਂ ਨੇ ਕੀਤਾ ਸੀਗਾ, ਤੁਸੀਂ ਹਾਊਸ ਦੇ ਵਿੱਚ ਗੱਲ ਕਹੀ ਸੀ, ਅਜੇ ਤੁਹਾਡੀ ਸਰਕਾਰ ਬਣਿਆ ਕੁਝ ਦਿਨ ਹੀ ਹੋਏ, ਤੁਸੀਂ ਗੱਲ ਕਹੀ ਸੀ ਕਿ ਪੰਜਾਬ ਗੁਰਾਂ ਦੇ ਨਾਂ ਤੇ ਜਿਉਂਦਾ। ਅੱਜ ਪੰਜਾਬ ਜਿਹੜਾ ਗੁਰਾਂ ਦੇ ਨਾਂ ਤੇ ਜਿਉਂਦਾ, ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਹਮਲੇ ਹੋ ਰਹੇ ਹੋਣ ਤੇ ਪੰਜਾਬੀ ਚੁੱਪ ਕਰਕੇ ਬਹਿ ਜਾਣ। ਤੁਹਾਡੇ ਵਰਗਾ ਮੁੱਖ ਮੰਤਰੀ ਜਿਹੜਾ ਕਿ ਕਿਸੇ ਗੱਲ ਦੇ ਉੱਤੇ ਵਿਰੋਧੀਆਂ ਨੂੰ ਬੋਲਣ ਨਹੀਂ ਦਿੰਦਾ, ਉਹ ਮੁੱਖ ਮੰਤਰੀ ਚੁੱਪ ਕਰਕੇ ਬਹਿ ਜੇ ਬੇਅਦਬੀ ਦੇ ਮਸਲੇ ਤੇ। ਕੀ ਬੇਅਦਬੀਆਂ ਹੋਈਆਂ ਨਹੀਂ ਬਾਤ? ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ। ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ।
ਕਹਿੰਦੇ ਆ ਕਿ ਸਿਆਸਤ ਬੰਦੇ ਤੋਂ ਕੀ ਕਰਵਾ ਦਿੰਦੀ ਹੈ। ਇਸ ਦੀ ਇੱਕ ਸਪਸ਼ਟ ਉਦਾਹਰਨ ਹੈ ਕਿ ਅਸੀਂ ਪਰਿਵਾਰਾਂ ਦੇ ਵਿੱਚ ਤਾਂ ਸੁਣਿਆ ਸੀ ਭਰਾ ਦੇ ਅੰਗੇਸਟ ਵੀ ਹੋ ਜਾਂਦਾ, ਪਰ ਕੀ ਬੰਦੇ ਗੁਰੂ ਦੇ ਵੀ ਸਿਆਸਤ ਕਰਦੇ ਆ? ਇਹ ਇਸ ਦੀ ਪ੍ਰਤੱਖ ਜਿਹੜੀ ਪ੍ਰਮਾਣ ਹੈ ਸਾਡੇ ਸਾਹਮਣੇ ਹੈ ਕਿ ਸਮੇਂ ਦੇ ਅਨੁਸਾਰ 3 ਸਰਕਾਰਾਂ ਬਦਲਦੀਆਂ ਨੇ, ਅਕਾਲੀ, ਭਾਜਪਾ ਤੋਂ ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਿਹੜਾ ਮਸਲਾ ਹੈ ਜਿਉਂ ਦਾ ਤਿਉਂ ਉੱਥੇ ਦਾ ਉੱਥੇ ਹੈ। ਹੁਣ ਕੁਝ ਸੰਸਥਾਵਾਂ ਕਾਫੀ ਸਮੇਂ ਤੋਂ ਇਸ ਮਸਲੇ ਨੂੰ ਉਠਾ ਰਹੀਆਂ ਨੇ। ਇੱਕ ਨਵੀਂ ਸੰਸਥਾ ਹੈ ਜੀ ਅੱਠੇ ਪਹਿਰ ਸੇਵਾ ਲਹਿਰ, ਟਹਿਲ ਸੇਵਾ ਲਹਿਰ ਵੱਲੋਂ ਇਸ ਮਸਲੇ ਨੂੰ ਜ਼ੋਰ ਨਾਲ ਉਠਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਦੇ ਮੁੱਖ ਸੇਵਾਦਾਰ ਵੀਰ ਗੁਰਪ੍ਰੀਤ ਸਿੰਘ ਜੀ ਸਾਡੇ ਨਾਲ ਨੇ। ਆਪਾਂ ਪੁੱਛਦੇ ਹਾਂ ਵੀ ਜਿਹੜਾ ਇਹ ਮਸਲਾ ਤੁਸੀਂ ਹੁਣ ਕਿਉਂ ਉਠਾ ਰਹੇ ਹੋ, ਤੇ ਕੀ ਤੁਹਾਨੂੰ ਜਿਹੜੇ ਦੂਜੇ ਸੰਸਥਾਵਾਂ ਜਾਂ ਦੂਜੀਆਂ ਰਾਜਨੀਤਿਕ ਲੀਡਰਾਂ ਵੱਲੋਂ ਸਮੇਂ-ਸਮੇਂ ਤੇ ਉਠਾਏ ਉਹਨਾਂ ਤੇ ਪੂਰੀ ਰੂਪ ਦੇ ਵਿੱਚ ਜਿਹੜਾ ਭਰੋਸਾ ਹੈ ਉੱਠ ਚੁੱਕਿਆ? ਭਾਈ ਸਾਹਿਬ ਜੀ, ਪੰਜਾਬੀ ਲੋਕ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਹਰਪਾਲ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਨਾਲ ਇਹ ਸਾਂਝ ਕਰਨੀ ਚਾਹਾਂਗਾ ਤੁਹਾਡੇ ਮਾਧਿਅਮ ਤੋਂ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਦੇ ਨਾਲ, ਜਿਨ੍ਹਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਇਹ ਹੋ ਰਹੀਆਂ ਬੇਅਦਬੀਆਂ ਦੇ ਪ੍ਰਤੀ ਇੱਕ ਮਨ 'ਚ ਰੋਸ ਹੈ, ਇੱਕ ਮਨ 'ਚ ਦਰਦ ਹੈ ਕਿ ਅਸੀਂ ਅੱਠੇ ਪਹਿਰ ਟਹਿਲ ਸੇਵਾ ਲਹਿਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਆਰੰਭ ਕੀਤੀ ਸੀ 1 ਸਤੰਬਰ ਨੂੰ। ਲਗਭਗ 10 ਮਹੀਨੇ ਹੋ ਗਏ ਨੇ ਤੇ ਇਸ ਚੀਜ਼ ਵਾਸਤੇ ਅਸੀਂ ਲੱਗੇ ਸੀ ਕਿਉਂਕਿ ਬੇਅਦਬੀਆਂ ਕਾਫੀ ਦੇਰ ਤੋਂ ਹੋ ਰਹੀਆਂ ਨੇ। ਖਾਸ ਤੌਰ ਤੇ 2015 ਤੋਂ ਲੈ ਕੇ ਤਾਂ ਲਗਾਤਾਰ ਹੀ ਮਤਲਬ ਜਿੱਦਾਂ ਕੋਈ ਇੱਕ ਲੜੀ ਛਿੜੀ ਹੁੰਦੀ ਹੈ ਨਾ। ਤੇ ਅਸੀਂ ਵੀ ਖੈਰ ਤੁਸੀਂ ਜਾਣਦੇ ਹੋ ਕਾਫੀ ਲੰਬੇ ਅਰਸੇ ਤੋਂ ਆਪਾਂ ਇੱਕ ਦੂਸਰੇ ਨੂੰ ਜਾਣਦੇ ਹਾਂ ਕਿ ਅਸੀਂ ਆਪਣੇ ਮਾਧਿਅਮ ਦੇ ਰਾਹੀਂ ਪੱਤਰਕਾਰਤਾ ਦੇ ਮਾਧਿਅਮ ਰਾਹੀਂ ਖੈਰ ਇਹਨੂੰ ਕਵਰੇਜ ਵੀ ਕਰਦੇ ਰਹੇ ਜਾਂ ਜੋ ਕੁਛ ਵੀ ਕਰਨਾ ਬਣਦਾ ਸੀ। ਪਰ ਇੱਕ ਗੱਲ ਦਾ ਹਰਪਾਲ ਸਿੰਘ ਜੀ ਸਾਨੂੰ ਵੀ ਅਹਿਸਾਸ ਨਹੀਂ ਸੀ। ਉਹ ਅਹਿਸਾਸ ਸਾਨੂੰ ਹੋਇਆ ਪਿਛਲੇ ਸਾਲ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਇੱਕ ਮੀਟਿੰਗ ਹੋਈ ਹੈ ਜੀ। ਜਥੇਦਾਰ ਅਕਾਲ ਤਖਤ ਸਾਹਿਬ ਨੇ ਉਹ ਮੀਟਿੰਗ ਦੀ ਆਰੰਭਤਾ ਦੇ ਵਿੱਚ ਜਦੋਂ ਥੋੜੀ ਜਿਹੀ ਭੂਮਿਕਾ ਦੇ ਵਿੱਚ ਕੁਝ ਗੱਲਾਂ ਕਹੀਆਂ, ਉਹਦੇ ਵਿੱਚ ਉਹਨਾਂ ਨੇ ਗੱਲ ਕਹੀ ਕਿ 12 ਮਈ 2019 ਤੱਕ 250 ਤੋਂ ਵੱਧ ਵਾਰ ਐਸੀਆਂ ਘਟਨਾਵਾਂ ਹੋ ਚੁੱਕੀਆਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ 250 ਵਾਰ ਹੋ ਚੁੱਕੀਆਂ। ਉਹ ਲਫ਼ਜ਼ ਸੁਣ ਕੇ ਰਿਹਾ ਨਹੀਂ ਗਿਆ ਭਾਈ ਸਾਹਿਬ। ਅਸਲੀ ਤਾਂ ਇਹ ਹੈ ਕਿ 250 ਵਾਰ ਜੇ ਕਿਸੇ ਬੱਚੇ ਦੇ ਬਾਪ ਦੀ ਬੇਅਦਬੀ ਹੋ ਜਾਏ ਤੇ ਉਹ ਬੱਚਾ ਫਿਰ ਕੀ ਕਰੇਗਾ ਨਾ। ਵੇਖੋ ਅਸੀਂ ਕਿੱਡੇ ਨਲਾਇਕ ਬੱਚੇ ਹਾਂ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ ਕਿ 250 ਦਾ ਅੰਕੜਾ ਪਹੁੰਚ ਗਿਆ। ਅਸੀਂ ਉਹ 250 ਦਾ ਲਫ਼ਜ਼ ਸੁਣ ਕੇ ਆਪਣੇ ਆਪ ਨੂੰ ਕਹਿ ਲਓ ਲਾਹਨਤਾਂ ਪਾ ਕੇ ਘਰੋਂ ਤੁਰੇ ਹਾਂ, ਕਿਉਂਕਿ ਹਰ ਬੰਦਾ ਆਪਣੀ ਕੰਫਰਟ ਜ਼ੋਨ 'ਚ ਬੈਠਾ ਹੁੰਦਾ ਤੇ ਕੋਈ ਵੀ ਲਹਿਰ ਸ਼ੁਰੂ ਕਰਨੀ ਜਾਂ ਸੰਘਰਸ਼ ਦੇ ਰਾਹ ਤੇ ਤੁਰਨਾ ਉਹਦੇ ਵਾਸਤੇ ਬਾਕੀ ਸਾਰਾ ਕੁਝ ਛੱਡਣਾ ਪਏਗਾ। ਤੇ ਖੈਰ ਅਸੀਂ ਚੱਲ ਪਏ ਜੀ। 2 ਪੱਖਾਂ ਤੇ ਅਸੀਂ ਕੰਮ ਕਰ ਰਹੇ ਹਾਂ ਜੀ। ਇੱਕ ਤਾਂ ਹੈ ਸੰਗਤਾਂ ਨੂੰ ਪ੍ਰੇਰਿਤ ਕਰਨਾ ਕਿ ਭਾਈ ਆਪਣੇ ਗੁਰੂ ਘਰ ਸੁਣੇ ਨਾ ਛੱਡੋ, ਹਨਾ। ਤੇ ਦੂਸਰਾ ਪੱਖ ਇਹ ਆ ਕਿ ਜਿਹਦੇ ਤੇ ਹੁਣ ਆਪਾਂ ਕਰੰਟਲੀ ਗੱਲ ਕਰਦੇ ਪਏ ਹਾਂ ਕਿ ਇਹਨਾਂ ਲੀਡਰਾਂ ਨੂੰ ਵੀ ਉਹਨਾਂ ਦੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣਾ। ਅਸੀਂ ਉਹਨਾਂ ਕੋਲ ਕੋਈ ਭੀਖ ਨਹੀਂ ਮੰਗਦੇ ਪਏ, ਇਹਨਾਂ ਦੀ ਜ਼ਿੰਮੇਵਾਰੀ ਹੈ। ਜੇ ਬੇਅਦਬੀਆਂ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਜਾਬ 'ਚ ਹੋ ਰਹੀਆਂ ਨੇ ਤੇ ਇਸ ਤੋਂ ਵੱਡਾ ਗੰਭੀਰ ਮਸਲਾ ਕੀ ਹੋ ਸਕਦਾ ਹੈ ਨਾ। ਤੁਸੀਂ ਇੱਕ ਸਵਾਲ ਕੀਤਾ ਕਿ ਅੱਜ ਇਹ ਗੱਲ ਕਿਉਂ ਲੈ ਕੇ ਆਏ ਹੋ। ਅਸੀਂ ਵੈਸੇ ਉਦੋਂ ਤੋਂ ਹੀ ਲੱਗੇ ਹਾਂ ਜੀ। 1 ਸਤੰਬਰ ਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਜਦੋਂ ਲਹਿਰ ਆਰੰਭ ਹੁੰਦੀ ਹੈ, ਅਸੀਂ ਕਰੀਬ 17 ਸਮਾਗਮ 12 ਤਰੀਕ ਰਾਤ ਤੱਕ ਕੀਤੇ ਸੀਗੇ ਜੀ। ਤੇ ਅਸੀਂ ਜਦੋਂ 13 ਤਰੀਕ ਨੂੰ ਅੰਮ੍ਰਿਤ ਵੇਲੇ ਜਿਹੜੀ ਘਟਨਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਵਾਪਰਦੀ ਹੈ, ਉਹਨੇ ਹੋਰ ਹਿਰਦੇ ਬਲੂੰਦਰੇ, ਪਰ ਅਸੀਂ ਉਹਨੂੰ ਇੱਕ ਚੈਲੰਜ ਦੇ ਤੌਰ ਤੇ ਲਿਆ। ਉਸ ਦਿਨ ਕੈਪਟਨ ਅਮਰਿੰਦਰ ਸਿੰਘ ਹੁਸ਼ਿਆਰਪੁਰ ਆਏ ਸੀ ਪਰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨਹੀਂ ਆਏ। ਜਿਹੜੇ ਗੁਟਕਾ ਸਾਹਿਬ ਦੀਆਂ ਸਹੁੰਆਂ ਖਾ ਕੇ ਕੁਰਸੀਆਂ ਤੇ ਬੈਠੇ ਸੀ ਨਾ, ਉਹ ਜਦੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਬੇਅਦਬੀ ਹੁੰਦੀ ਹੈ ਉਹ ਤਖਤ ਸਾਹਿਬ ਨਹੀਂ ਆਉਂਦੇ, ਹੁਸ਼ਿਆਰਪੁਰ ਆਪਣਾ ਕੋਈ ਪੋਲੀਟੀਕਲ ਦੌਰਾ ਕਰਕੇ ਤੇ ਵਾਪਸ ਚਲੇ ਜਾਂਦੇ ਨੇ। ਅਸੀਂ ਉਸ ਦਿਨ ਵੀ ਉਹਨਾਂ ਨੂੰ ਇੱਕ ਵੰਗਾਰ ਪਾਈ ਸੀ ਕਿ ਕੈਪਟਨ ਸਾਹਿਬ ਅੱਜ ਤੁਹਾਨੂੰ ਆਉਣਾ ਚਾਹੀਦਾ ਸੀ। ਉਹ ਸਾਡੀ ਜਿਹੜੇ ਲਾਈਵ ਸਾਡੇ ਪਏ ਹੋਏ ਨੇ ਉਹਦੇ ਵਿੱਚ ਮੌਜੂਦ ਆ। ਸਾਡਾ ਟਹਿਲ ਸੇਵਾ ਦੇ ਇੱਕ ਪੇਜ ਹੈ ਉਹ, ਕਿਉਂਕਿ ਟੋਟਲੀ ਨਿਸ਼ਕਾਮ ਭਾਵਨਾ ਦਾ ਪ੍ਰੋਗਰਾਮ ਹੈ ਇਹ। ਕੋਈ ਵੀ ਕਿਸੇ ਸੰਗਤ ਤੋਂ ਕਿਸੇ ਮਤਲਬ ਪ੍ਰਬੰਧਕ ਤੋਂ ਅਸੀਂ ਇਹਦੇ ਵਾਸਤੇ ਕੋਈ ਉਹ ਨਹੀਂ ਲੈਂਦੇ। ਜਿੱਥੇ ਵੀ ਸਮਾਗਮ ਕਰਦੇ ਹਾਂ
ਹਾਂ, ਕੋਈ ਨਿਸ਼ਕਾਮ ਭਾਵਨਾ ਦੇ ਨਾਲ ਸਾਰਾ ਸਮਾਗਮ ਚੱਲਦੇ ਪਏ ਨੇ। ਕਰੀਬ 145ਵਾਂ ਸਮਾਗਮ ਜਿਹੜਾ ਅਸੀਂ ਕੱਲ ਕੀਤਾ ਜੀ ਅਜੇ। ਸੋ ਇਹਨੇ ਗੁਰੂ ਘਰਾਂ ਦੇ ਵਿੱਚ ਜਾ ਕੇ ਸਾਡੀ ਇਹੀ ਇੱਛਾ ਕਿ ਬੇਅਦਬੀਆਂ ਨੂੰ ਰੋਕਣਾ ਤੇ ਦੋ ਪੱਖਾਂ ਤੇ ਕੰਮ ਕਰਨਾ ਪਏਗਾ ਕਿ ਇੱਕ ਤਾਂ ਆਪਣੇ ਗੁਰੂ ਘਰ ਉੱਥੇ ਜਿਹੜਾ ਸੁੰਨਾਪਨ ਉਹਨੂੰ ਦੂਰ ਕੀਤਾ ਜਾਏ, ਆਪਣੀ ਕਮਜ਼ੋਰੀ ਦੂਰ ਕਰੀਏ, ਤੇ ਦੂਜਾ ਸਰਕਾਰਾਂ ਤੋਂ। ਸੋ ਅੱਜ ਜਿਹੜੀ ਗੱਲ ਜਿਹੜੀ ਵਿਸ਼ੇਸ਼ ਤੌਰ ਤੇ ਮੈਂ ਆਪ ਜੀ ਦੇ ਮਾਧਿਅਮ ਦੇ ਰਾਹੀਂ ਕਿਉਂਕਿ ਸਾਡੀ ਗੱਲ ਪੂਰੇ ਯੂਰਪ ਦੇ ਵਿੱਚ ਤੇ ਇੰਗਲੈਂਡ ਦੇ ਵਿੱਚ ਤਾਂ ਕਿਸੇ ਨਾ ਕਿਸੇ ਮਾਧਿਅਮ ਰਾਹੀਂ ਪਹਿਲਾਂ ਜਾ ਰਹੀ ਸੀ, ਸੰਗਤ ਟੀਵੀ ਦੇ ਰਾਹੀਂ ਵੀ ਜਾਂਦੀ ਸੀ, ਹੋਰ ਵੀ ਬਹੁਤ ਸਾਰੇ ਚੈਨਲਾਂ ਨੇ ਸਾਨੂੰ ਸਪੋਰਟ ਕੀਤਾ। ਹੁਣ ਤੁਹਾਡੇ ਰਾਹੀਂ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਬਾਕੀ ਦੁਨੀਆ ਜਿੱਥੇ ਤੱਕ ਅਜੇ ਤੱਕ ਗੱਲ ਨਹੀਂ ਪਹੁੰਚੀ ਉਹਨਾਂ ਤੱਕ ਇਹ ਸੁਨੇਹਾ ਪਹੁੰਚਾਉਣਾ ਚਾਹੁੰਦੇ ਹਾਂ ਕਿ ਕਿੱਦਾਂ ਇਹ ਰੰਗ ਬਦਲਦੇ ਜੀ। ਤੁਸੀਂ ਇਹ ਹੁਣ ਜਿਹੜੇ ਭਾਈ ਗੁਰਪ੍ਰੀਤ ਸਿੰਘ ਜੀ, ਬੇਨਤੀ ਇਹ ਵੀ ਤੁਸੀਂ ਹੁਣ ਤੱਕ ਕਿਹੜੇ ਲੀਡਰਾਂ ਨੂੰ ਇਸ ਸੰਬੰਧ 'ਚ ਮਿਲ ਚੁੱਕੇ ਹੋ? ਕਾਂਗਰਸੀ, ਜਦੋਂ ਤੁਸੀਂ ਸਤੰਬਰ ਦੀ ਗੱਲ ਕਰਦੇ ਹੋ, ਕਾਂਗਰਸ ਸਰਕਾਰ ਸੀ, ਉਦੋਂ ਕਾਂਗਰਸ ਦੇ ਵਿਰੁੱਧ ਵੀ ਮੋਰਚਾ ਲਾਇਆ ਸੀ, ਇਕੱਲੇ ਆਮ ਆਦਮੀ ਪਾਰਟੀ ਦੇ ਲਈ? ਕਾਂਗਰਸ ਨੂੰ ਅਸੀਂ ਮਿਲੇ ਸੀ ਜੀ ਉਦੋਂ। ਚੰਨੀ ਸਾਹਿਬ ਮੁੱਖ ਮੰਤਰੀ ਬਣ ਗਏ ਸੀ। ਤੁਹਾਨੂੰ ਦੱਸਿਆ ਕਿ ਜਿੱਦਣ ਉਹ ਬੇਅਦਬੀ ਹੋਈ ਹੈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਅਸੀਂ ਵੰਗਾਰ ਪਾਈ ਸੀ। ਅੱਜ ਮੈਨੂੰ ਨਾ ਕਈ ਲੋਕ ਸੁਣ ਕੇ ਤੇ ਵੀ ਤੁਸੀਂ ਅੱਜ ਹੀ ਕਿਉਂ ਬੋਲੇ, ਪਹਿਲਾਂ ਕਿਉਂ ਨਹੀਂ ਬੋਲੇ? ਅਸੀਂ ਉਦਣ ਵੀ ਬੋਲੇ ਸੀ ਤੇ ਲਲਕਾਰ ਕੇ ਬੋਲੇ ਸੀ, ਕੈਪਟਨ ਸਾਹਿਬ ਤੁਹਾਨੂੰ ਆਉਣਾ ਚਾਹੀਦਾ ਸੀ, ਤੁਸੀਂ ਮੁੱਖ ਮੰਤਰੀ ਹੋ ਪੰਜਾਬ ਦੇ, ਉਹ ਸੁਣ ਸਕਦੇ ਨੇ ਜਿਹੜੇ ਭਰਾ ਇਸ ਗੱਲ ਦੇ ਉੱਤੇ ਉਂਗਲ ਚੁੱਕਦੇ। ਦੂਸਰੀ ਗੱਲ ਜਿਹੜਾ ਆਪ ਜੀ ਨੇ ਸਵਾਲ ਕੀਤਾ ਕਿ ਅਸੀਂ, ਕਿਉਂਕਿ ਸਰਕਾਰ ਬਦਲ ਗਈ, ਉਹਨਾਂ ਨੇ ਕਾਂਗਰਸ ਨੇ ਆਪਣਾ ਹੀ ਨਵਾਂ ਮੁੱਖ ਮੰਤਰੀ ਲੈਣ ਦਾ, ਅਸੀਂ ਜਾ ਕੇ ਚੰਨੀ ਸਾਹਿਬ ਨੂੰ ਮਿਲਿਆ ਉਹਨਾਂ ਦੀ ਕੋਠੀ। ਉੱਥੇ ਸਾਨੂੰ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਅਸੀਂ ਉਹਨਾਂ ਨੂੰ ਪਹਿਲਾਂ ਮਿਲੇ, ਉਹ ਸਾਨੂੰ ਲੈ ਗਏ। ਕਰੀਬ ਅੱਧੇ ਪੌਣੇ ਘੰਟੇ 'ਚ ਸਾਡੀ ਇੱਕ ਬੜੀ ਅੱਛੀ ਮੀਟਿੰਗ ਹੋ ਗਈ। ਵੇਖੋ, ਜਿਹੜੇ ਗੁਣ ਨੇ ਉਹ ਦੱਸਣੇ ਬਣਦੇ ਨੇ। ਜਦੋਂ ਅਸੀਂ ਅੰਦਰ ਗਏ ਆ ਤੇ ਕਾਫੀ ਵੱਡਾ ਇੱਕ ਹਾਲ ਸੀਗਾ ਉਹਨਾਂ ਦੀ ਰੈਜ਼ੀਡੈਂਸ ਦੇ ਵਿੱਚ, ਜਿੱਥੇ ਕਿ ਮੁੱਖ ਮੰਤਰੀ ਸਾਹਿਬ ਉਸ ਵੇਲੇ ਦੇ ਚਰਨਜੀਤ ਸਿੰਘ ਚੰਨੀ ਖੜੇ ਸਨ। ਤੇ ਜਦੋਂ ਅਸੀਂ ਐਂਟਰ ਕੀਤੇ ਆ, 6-7 ਸਿੰਘ ਸੀ ਏਦਾਂ ਬਾਣੇ ਦੇ ਵਿੱਚ, ਤੇ ਬਾਜਵਾ ਸਾਹਿਬ ਸਾਡੇ ਨਾਲ, ਤੇ ਉਹਨਾਂ ਨੇ ਇੱਕਦਮ ਕਿਹਾ ਕਿ ਬਾਕੀ ਸਾਰੇ ਬਾਹਰ ਚਲੇ ਜਾਓ, ਇਹ ਹੁਣ ਖਾਲਸੇ ਆਏ ਨੇ ਤੇ ਇਹ ਬੜਾ ਇੱਕ ਗੰਭੀਰ ਮਸਲਾ ਸੀ, ਉਹਦੇ ਤੇ ਗੱਲ ਕਰਨੀ ਹੈ। ਉਹਨਾਂ ਨੇ ਸਾਡੀ ਬੜੀ ਗੰਭੀਰਤਾ ਦੇ ਨਾਲ ਗੱਲ ਸੁਣੀ। ਮੈਂ ਤੁਹਾਨੂੰ ਉਹ ਸਾਰੀਆਂ ਤਸਵੀਰਾਂ ਵੀ ਭੇਜਾਂਗਾ। ਤੇ ਗੱਲ ਦੇਖੋ ਇਹ ਹੋਈ, ਉਹਨਾਂ ਨੇ ਕਿਹਾ ਵੀ ਹਾਂ ਅਸੀਂ ਵੀ ਇਸ ਗੱਲ ਦੇ ਉੱਤੇ ਗੰਭੀਰ ਆ, ਅਸੀਂ ਕਰਨਾ ਚਾਹੁੰਦੇ ਹਾਂ ਕਿ ਜਿਹੜੀ ਮੌਤ ਦੇ ਤੁੱਲ ਸਜ਼ਾ ਜਾਂ ਉਮਰ ਕੈਦ, ਕੋਈ ਸਖਤ ਸਜ਼ਾ ਇਹਦੇ ਵਾਸਤੇ ਲਿਆਉਣਾ ਚਾਹੁੰਦੇ ਹਾਂ। ਉਹਨਾਂ ਦੇ ਮੁੱਖ ਦਾ ਸੀ। ਤੇ ਨਾਲ ਕੁਲਬੀਰ ਸਿੰਘ ਜੀਰਾ, ਜਿਹੜੇ ਨੌਜਵਾਨ ਜਿਹੜੇ ਉਹਨਾਂ ਦੇ MLA ਸੀ, ਉਹ ਵੀ ਖੜੇ ਸੀ। ਉਹਨਾਂ ਨੇ ਜਕਾਰਾ ਬੁਲਾਇਆ। ਇਹ ਗੱਲ ਜਦੋਂ ਹੋਈ ਆ ਨਾ, ਜਦੋਂ ਅਸੀਂ ਮੈਮੋਰੈਂਡਮ ਹੈਂਡਓਵਰ ਕੀਤਾ ਉਹਨਾਂ ਨੂੰ, ਉਹਨਾਂ ਨੇ ਜਕਾਰਾ ਬੁਲਾਇਆ ਤੇ ਅਸੀਂ ਸਾਰੇ ਸਿੰਘਾਂ ਨੇ ਸਾਰਿਆਂ ਨੇ ਜਵਾਬ ਦਿੱਤਾ। ਸਾਨੂੰ ਇਹ ਲੱਗਿਆ ਕਿ ਇਹ ਬਹੁਤ ਗੰਭੀਰ ਨੇ ਤੇ ਸਾਡਾ ਮਸਲਾ ਛੇਤੀ ਹੱਲ ਹੋ ਜਾਏਗਾ, ਕਿ ਹੁਣ ਸੈਸ਼ਨ ਆਉਣਾ ਹੀ ਆ, ਉਹਦੇ 'ਚ ਇਹ ਪੁੱਟ ਅਪ ਕਰਨਗੇ। ਖੈਰ, ਉਹ ਵੀ ਜਿੱਦਾਂ ਲੀਡਰਾਂ ਦਾ ਹੁੰਦਾ ਵੀ ਪੰਚਾਂ ਦਾ ਕਹੇ ਸਿਰ ਮੱਥੇ, ਹਾਥੀ ਦਾ ਦੰਦ ਖਾਣ ਨੂੰ ਹੋਰ ਹੁੰਦੇ, ਵਿਖਾਉਣ ਨੂੰ ਹੋਰ ਹੁੰਦੇ ਨੇ। ਥੋੜੀ ਦੇਰ ਬਾਅਦ ਸਾਨੂੰ ਲੱਗਿਆ ਪਰਨਾਲਾ ਉੱਥੇ ਦਾ ਉੱਥੇ, ਪਰਨਾਲਾ ਉੱਥੇ ਦਾ ਉੱਥੇ। ਬਿਲਕੁਲ ਜੀ, ਉਹ ਪਰਨਾਲਾ ਫਿਰ ਤੁਸੀਂ ਹੁਣ ਮੈਂ ਥੋੜੀ ਜਿਹੀ ਹੋਰ ਗੱਲ ਤੁਹਾਨੂੰ ਦੱਸ ਦੇਵਾਂ, ਸਮਾਂ ਮੈਨੂੰ ਪਤਾ ਕੀਮਤੀ ਹੈ, ਪਰ ਅਸੀਂ ਉਹ ਫਿਰ ਨਹੀਂ ਟਿਕੇ ਜੀ। ਥੋੜਾ ਸਮਾਂ ਪਾ ਕੇ ਅਸੀਂ ਫਿਰ ਅਪਰੋਚ ਕੀਤੀ ਵੀ ਚਲੋ ਗ੍ਰਹਿ ਮੰਤਰੀ ਨੂੰ ਮਿਲ ਲੈਂਦੇ। ਉਹ ਗੁਰਸਿੱਖ ਅੰਮ੍ਰਿਤਧਾਰੀ ਸਿੰਘ ਨੇ, ਸੁਖਜਿੰਦਰ ਸਿੰਘ ਰੰਧਾਵਾ, ਉਹਨਾਂ ਨੂੰ ਮਿਲੇ। ਉਹਨਾਂ ਦੇ ਵੀ ਬੜੀ ਹੀ ਇੱਕ ਵਧੀਆ ਢੰਗ ਦੇ ਨਾਲ ਸਾਡੀ ਉੱਥੇ, ਮਤਲਬ ਜਦੋਂ ਅਸੀਂ ਦੱਸਿਆ ਕਿ ਅਨੰਦਪੁਰ ਸਾਹਿਬ ਤੋਂ ਜੋ ਸਿੰਘ ਆਏ ਨੇ, ਉਹਨਾਂ ਦਾ ਇੱਕ ਸਿਕਿਉਰਿਟੀ ਇੰਚਾਰਜ ਸੀ, ਉਹ ਸਾਨੂੰ ਲੈ ਕੇ ਗਿਆ। ਸਾਡੀ ਕੋਈ ਚੈਕਿੰਗ ਚੁਕਿੰਗ ਨਹੀਂ ਹੋਣ ਦਿੱਤੀ। ਕਈ ਚੈਕਿੰਗ ਵਾਲੇ ਰਸਤੇ 'ਚ ਆਏ, ਉਹ ਕਹਿੰਦਾ ਮੈਂ ਨਾਲ ਖੜਾ ਵਾਂ, ਅਨੰਦਪੁਰ ਸਾਹਿਬ ਤੋਂ ਸਿੰਘ ਆਏ, ਇਹਨਾਂ ਦੀ ਕਦੀ ਚੈਕਿੰਗ। ਵੇਖੋ, ਮੈਂ ਇਹ ਗੱਲਾਂ ਇਸ ਲਈ ਦੱਸ ਰਿਹਾ ਕਿ ਅੱਗੋਂ ਜਾ ਕੇ ਪਤਾ ਲੱਗਣਾ ਵੀ ਇਹ ਗੱਲ ਕਿੱਥੇ ਖੜਦੀ ਹੈ। ਉਹਨਾਂ ਨੇ ਸਾਨੂੰ ਅੰਦਰ ਖੜਿਆ, ਸਾਰੇ ਖੜੇ ਸੀ, ਸਾਨੂੰ ਉਹਨਾਂ ਨੇ ਬਿਠਾਇਆ ਤੇ ਰੰਧਾਵਾ ਸਾਹਿਬ ਨੇ ਆ ਕੇ ਸਾਡੇ ਨਾਲ ਗੱਲ ਕੀਤੀ। ਉਹਨਾਂ ਨੇ ਉਸ ਵੇਲੇ ਗੱਲ ਕਹੀ ਸੀ, ਕਹਿੰਦੇ ਸੀ ਫਾਈਲ ਜਿਹੜੀ ਹੈ ਨਾ, ਇਹ ਹੁਣ ਹੋਮ ਮਿਨਿਸਟਰੀ ਕੋਲ ਆ, ਕੇਂਦਰੀ ਅਮਿਤ ਸ਼ਾਹ ਜੀ ਕੋਲ ਆ, ਤੇ ਮੈਂ ਕੋਸ਼ਿਸ਼ ਕਰਾਂਗਾ ਦੀਵਾਲੀ ਤੋਂ ਬਾਅਦ, 1 ਨਵੰਬਰ ਦੀ ਗੱਲ ਹੈ ਜਦੋਂ ਸਾਡੀ ਮੀਟਿੰਗ ਹੁੰਦੀ, ਕਿਤੇ ਦੀਵਾਲੀ ਤੋਂ ਬਾਅਦ ਮੈਂ ਮਿਲ ਕੇ ਕੋਸ਼ਿਸ਼ ਕਰਾਂਗਾ। ਪਰ ਪਤਾ ਨਹੀਂ ਉਹਨੇ ਕੋਸ਼ਿਸ਼ ਕੀਤੀ ਕਿ ਨਹੀਂ ਕੀਤੀ, ਪਰ ਹੋਇਆ ਕੱਖ ਨਹੀਂ। ਅਸੀਂ ਨਾਲ ਹੀ ਨਾਲ KP ਰਾਣਾ ਜੀ ਨੂੰ ਵੀ ਉਸ ਦਿਨ ਮੈਮੋਰੈਂਡਮ ਦਿੱਤਾ। ਸੋ ਇਹ ਸੀਗਾ ਕਾਂਗਰਸ ਦੀ ਟੈਨਿਓਰ ਦੀ ਗੱਲ। ਪਰ ਕਿਉਂਕਿ ਦਰਦ ਐਡਾ ਵੱਡਾ ਜੀ, ਭਾਈ ਸਾਹਿਬ, ਕਿਸੇ ਦੇ ਘਰ ਦੇ ਵਿੱਚ ਮਰਗ ਹੋ ਜਾਏ ਨਾ, ਤੇ ਜਿਹੜਾ ਘਰ ਦਾ ਜੀ ਹੁੰਦਾ ਨਾ, ਉਹਨੂੰ ਬਾਰ-ਬਾਰ ਉਹ ਗੱਲਾਂ ਕਹਿਣੀਆਂ ਪੈਂਦੀਆਂ। ਹੁਣ 145 ਵਾਰੀ ਆਪਣੇ ਗੁਰੂ ਦੀ ਬੇਅਦਬੀ ਦੀ ਗੱਲ ਕਰਨੀ ਕਿੱਡੀ ਔਖੀ ਆ, ਇਹ ਸ਼ਾਇਦ ਇਹ ਲੀਡਰ ਨਹੀਂ ਜਾਣਦੇ। ਇਹਨਾਂ ਨੂੰ ਨਹੀਂ ਪਤਾ ਕਿ ਇਹ ਦਰਦ ਕਿੱਡਾ ਕਿ ਗਹਿਰਾ ਹੈ, ਕਿ ਜਿਨ੍ਹਾਂ ਨੂੰ ਲੱਗੀ ਉਹਨਾਂ ਨੂੰ ਕਿੰਨੀ ਕੁ ਲੱਗੀ ਹੋਈ ਆ। ਅਸੀਂ ਪਿੱਛੇ ਨਹੀਂ ਹਟੇ। ਅਸੀਂ ਜੇ ਸਮਾਗਮ ਕਰੀ ਗਏ, ਉਹਦੇ ਨਾਲ ਹੀ ਨਾਲ
ਜਦੋਂ ਚੋਣਾਂ ਸੀ, ਅਸੀਂ ਧਾਰੀਵਾਲ ਇੱਥੋਂ ਸ਼ਹਿਰੀ ਕਲਸੀ ਨੇ MLA ਦੇ ਕੈਂਡੀਡੇਟ ਸੀ ਬਟਾਲੇ ਤੋਂ, ਉਦੋਂ ਉਹਨਾਂ ਨੂੰ ਨਾਲ ਲੈ ਕੇ ਅਸੀਂ ਟਾਈਮ ਉਹਨਾਂ ਨਾਲ ਮਿਲਾਇਆ। ਧਾਰੀਵਾਲ ਜਦੋਂ ਇੱਕ ਪੋਲੀਟੀਕਲ ਰੈਲੀ ਸੀ, ਨਾਲ ਹੀ ਧਾਰਮਿਕ ਸਮਾਗਮ ਸੀ, ਕ੍ਰਿਸਮਸ ਤੋਂ ਇੱਕ ਦਿਨ ਪਹਿਲਾਂ ਦੀ ਗੱਲ ਹੈ ਜੀ। ਤੇ ਅਸੀਂ ਆਪਣੇ ਜਥੇ ਦੇ ਸਮੇਤ ਝੰਡੇ ਫੜ ਕੇ ਖੜੇ ਸੀ। ਉਹ ਝੰਡੇ ਜਿਹੜੇ ਨੇ, ਉਹ ਜਦੋਂ ਅਸੀਂ ਫੜ ਕੇ ਖੜੇ ਸਟੇਜ ਦੇ ਸਾਹਮਣੇ, ਤੇ ਕੇਜਰੀਵਾਲ ਸਾਹਿਬ ਸਟੇਜ ਤੇ ਬੈਠੇ ਸੀ, ਉਹ ਪੰਜਾਬੀ 'ਚ ਫੜਿਆ ਝੰਡਾ, ਤੇ ਉਹ ਕਹਿੰਦੇ ਕਿ ਉਹਨਾਂ ਆਪਣੇ ਸਾਥੀ ਨੂੰ ਪੁੱਛਿਆ ਵੀ ਇਹ ਕੀ ਆ। ਉਹਨਾਂ ਨੇ ਫਿਰ ਇਸ਼ਾਰੇ 'ਚ ਦੱਸਿਆ ਵੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਬਾਰੇ ਆ, ਕਿ ਚਾਹੁੰਦਾ ਹੈ ਸੰਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ। ਤੇ ਉਹਨਾਂ ਨੇ ਕਹਿੰਦੇ ਕਿ ਮੈਂ ਬੋਲਾਂਗਾ, ਇਸ਼ਾਰਾ ਉਹਨਾਂ ਕੀਤਾ ਕਿ ਮੈਂ ਬੋਲਾਂਗਾ, ਮੈਂ ਤੁਹਾਡੇ ਮਸਲੇ ਤੇ ਬੋਲਾਂਗਾ। ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਮੇਰੇ ਹੱਥ 'ਚ ਫਾਈਲ ਸੀ ਉਸ ਵੇਲੇ, ਮੈਂ ਕਿਹਾ ਵੀ ਇਹ ਤੁਹਾਨੂੰ ਦੇਣੀ ਆ। ਉਹਨਾਂ ਨੇ ਇੱਕਦਮ ਆਪਣੇ ਬੰਦਿਆਂ ਨੂੰ ਭੇਜਿਆ। ਇਹੀ ਸ਼ਹਿਰੀ ਕਲਸੀ ਜਿਹੜੇ ਸੀਗੇ, ਉਸ ਥੱਲੇ ਆਏ ਸਟੇਜ ਤੋਂ, ਮੈਨੂੰ ਉੱਪਰ ਲੈ ਕੇ ਗਏ। ਉੱਪਰ ਜਦੋਂ ਮੈਂ ਚਲਾ ਗਿਆ ਸਟੇਜ ਤੇ, ਜਿਹੜੀ ਕਾਰਵਾਈ ਚੱਲਦੀ ਪਈ ਸੀ ਰੁਕ ਗਈ। ਤੁਸੀਂ ਅੱਛਾ ਕੇਜਰੀਵਾਲ ਸਾਹਿਬ ਨੂੰ ਮਿਲੇ ਸੀ? ਹਾਂ, ਕੇਜਰੀਵਾਲ ਸਾਹਿਬ ਦੀ ਉਸ ਵੇਲੇ ਉਹ ਚੱਲਦੀ ਪਈ ਸੀ, ਜਿਹੜੀ ਆਪਣਾ ਰੈਲੀ ਸੀਗੀ ਉਸ ਵੇਲੇ, ਪੋਲੀਟੀਕਲ ਰੈਲੀ ਜਿੱਦਾਂ ਚੱਲਦੀ ਸੀ, ਨਾਲ ਕ੍ਰਿਸਮਸ ਦਾ ਪ੍ਰੋਗਰਾਮ ਸੀ, ਕਾਫੀ ਉੱਥੇ ਭਰਿਆ ਪਿਆ ਸੀ ਪੰਡਾਲ। ਮੈਂ ਜਦੋਂ ਸਟੇਜ ਤੇ ਗਿਆ, ਸਾਰੀ ਕਾਰਵਾਈ ਉਹਨਾਂ ਰੋਕਤੀ। ਕੇਜਰੀਵਾਲ ਸਾਹਿਬ ਮੇਰੇ ਤੋਂ ਮੈਮੋਰੈਂਡਮ ਲੈ ਰਹੇ ਨੇ, ਤੇ ਉਹ ਡਿਸਕਸ ਥੋੜਾ ਜਿਹਾ ਕੀਤਾ ਇਨ ਸ਼ਾਰਟ। ਤੇ ਜਿੰਨੀ ਦੇਰ ਮੈਂ ਸਟੇਜ ਤੇ ਰਿਹਾ, ਜਿੰਨੀ ਦੇਰ ਵੀ ਸਟੇਜ ਤੇ ਰਿਹਾ ਨਾ, ਉਨੀ ਦੇਰ ਉਹ ਹੱਥ ਜੋੜ ਕੇ ਖੜੇ ਰਹੇ। ਭਾਈ ਸਾਹਿਬ, ਆਹ ਵਾਲਾ ਬੈਨਰ ਮੇਰੇ ਉਸ ਵੇਲੇ ਹੱਥ 'ਚ ਸੀ, ਚਾਹੁੰਦਾ ਹੈ ਸੰਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ। ਇਹ ਅਸੀਂ ਸੁਨੇਹਾ ਅੱਜ ਵੀ ਦੁਨੀਆ ਨੂੰ ਦੇ ਰਹੇ ਆ। ਪਰ ਜਿਹੜੀ ਗੱਲ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ, 5 ਮਿੰਟਾਂ ਦੇ ਵਿੱਚ ਮੈਮੋਰੈਂਡਮ ਦਿੱਤਾ ਗਿਆ, ਪ੍ਰੋਗਰਾਮ ਰੋਕ ਕੇ ਮੈਮੋਰੈਂਡਮ ਦਿੱਤਾ ਗਿਆ। ਉਸ ਤੋਂ ਬਾਅਦ ਉਹ ਬੋਲੇ ਵੀ ਨੇ ਸਟੇਜ ਦੇ ਉੱਤੇ ਕਿ ਹਾਂ, ਅਸੀਂ ਬੇਅਦਬੀ ਦੇ ਦੋਸ਼ੀਆਂ ਦੇ ਵਾਸਤੇ ਸਖਤ ਕਾਨੂੰਨ ਲੈ ਕੇ ਆਵਾਂਗੇ, ਉਹਨਾਂ ਨੂੰ ਸਖਤ ਸਜ਼ਾਵਾਂ ਦਵਾਵਾਂਗੇ। ਇਹ ਕੇਜਰੀਵਾਲ ਦੀ ਇੱਕ ਸਪੀਚ ਬੜੀ ਅੱਜ ਕੱਲ ਬੜੀ ਵਾਇਰਲ ਹੁੰਦੀ ਹੈ, ਜਿਸ ਵਿੱਚ ਉਹ ਕਹਿੰਦੇ ਆ ਕਿ ਵੀ ਜੇਕਰ ਸਾਡੀ ਸਰਕਾਰ ਆਏਗੀ, ਅਸੀਂ 24 ਘੰਟੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਿਹੜਾ ਹੈ ਉਹ ਦੱਸਾਂਗੇ, ਤੁਹਾਨੂੰ ਦੋਸ਼ੀ ਫੜ ਕੇ ਦਿਖਾਵਾਂਗੇ। ਕੀ ਇਹ ਸਪੀਚ ਉਸ ਵੇਲੇ ਦੀ ਤਾਂ ਨਹੀਂ ਹੈ ਜਿਹੜੀ ਤੁਸੀਂ ਕਹਿ ਰਹੇ ਹੋ? ਉਸ ਦਿਨ ਦੀ ਨਹੀਂ ਜੀ, ਇਹ ਉਸ ਦਿਨ ਦੀ ਨਹੀਂ, ਪਰ ਉਸ ਤੋਂ ਥੋੜੇ ਦਿਨ ਬਾਅਦ ਦੀ ਸਪੀਚ ਹੈ ਵਾਲੀ। ਹੁਣ 24 ਘੰਟਿਆਂ ਦੀ ਗੱਲ, ਉਹ ਸਾਨੂੰ ਵੀ ਯਾਦ ਆ, ਅਸੀਂ ਇਸ ਚੀਜ਼ ਨੂੰ ਵੀ ਮੀਡੀਆ 'ਚ ਕੋਟ ਕਰਦੇ ਹਾਂ। 24 ਘੰਟਿਆਂ ਦੀ ਗੱਲ ਕਰ ਰਹੇ ਸੀ, 24 ਦਸੰਬਰ ਤੋਂ ਲੈ ਕੇ 24 ਜੂਨ ਵੀ ਲੰਘ ਗਈ ਹੈ। 6 ਮਹੀਨੇ ਤੋਂ ਵੱਧ ਸਮਾਂ ਲੰਘ ਚੁੱਕਾ ਉਸ ਗੱਲ ਨੂੰ, ਤੇ ਇਹਨਾਂ ਦੀ ਸਰਕਾਰ ਬਣੀ ਨੂੰ ਵੀ 100 ਦਿਨ ਤੋਂ ਉੱਤੇ ਹੋ ਗਿਆ। ਤੇ ਇਟ ਮੀਨ ਜੇ ਕੇਜਰੀਵਾਲ ਸਾਹਿਬ ਦੇ 24 ਘੰਟੇ ਉਹ ਕਿੰਨੇ ਕੁ ਮਹੀਨਿਆਂ ਦੇ ਜਾਂ ਕਿੰਨੇ ਕੁ ਦਿਨਾਂ ਦੇ ਹੋਣੇ ਆ, ਪੁੱਛ ਲੈਣਾ ਸੀ ਤੁਸੀਂ। ਇਹ ਹੁਣ ਮੈਨੂੰ ਲੱਗਦਾ ਉਹਨਾਂ ਨੂੰ ਦੱਸਣਾ ਪੈਣਾ, ਕਿਉਂਕਿ ਜਦੋਂ ਤੁਹਾਡੇ ਵਰਗੇ ਮੀਡੀਆ ਹਾਊਸਿਸ ਉਹਨਾਂ ਨੂੰ ਪੁੱਛਣਗੇ ਨਾ ਵੀ ਭਾਈ ਸਾਹਿਬ ਤੁਹਾਡੇ 24 ਘੰਟੇ ਹੋਏ ਕਿ ਨਹੀਂ ਹੋਏ, ਫਿਰ ਉਹਨਾਂ ਨੂੰ ਕੋਈ ਨਾ ਕੋਈ ਜਵਾਬ ਦੇਣਾ ਪਏਗਾ। ਅਸੀਂ ਇਸੇ ਲਈ ਮੀਡੀਆ ਦੇ ਵਿੱਚ ਆਏ। ਦੇਖੋ, ਇੱਕ ਗੱਲ ਮੈਂ ਇੱਥੇ ਕਲੀਅਰ ਕਰ ਦੇਣਾ ਚਾਹੁੰਦਾ, ਅਸੀਂ ਇਹਨਾਂ ਦੇ ਵਿਰੋਧੀ ਨਹੀਂ। ਅਸੀਂ ਵੀ ਚਾਹੁੰਦੇ ਸੀ ਕਿ ਪੰਜਾਬ 'ਚ ਬਦਲਾਅ ਆਏ, ਕੋਈ ਚੰਗੀ ਸਰਕਾਰ ਆਏ, ਚੰਗੇ ਕੰਮ ਹੋਣ। ਅਸੀਂ ਹਮਾਇਤੀ ਸੀ, ਅਸੀਂ ਦਿੱਲੀ ਜਾ ਕੇ ਵੀ ਇਹਨਾਂ ਦੇ ਚੰਗੇ ਪੱਖ ਲੈ ਕੇ ਦੁਨੀਆ ਤੱਕ ਰੱਖੇ। ਪਰ ਜੋ ਇਹਨਾਂ ਨੇ ਕੀਤੀ ਹੈ ਨਾ, ਹੁਣ ਮੈਂ ਉਹ ਗੱਲ ਉਹ ਸ਼ੁਰੂ ਕਰਨ ਲੱਗਾ। ਗੱਲ ਲੰਬੀ ਹੈ, ਪਰ ਮੈਂ ਕੋਸ਼ਿਸ਼ ਕਰਾਂਗਾ ਥੋੜੇ ਸਮੇਂ 'ਚ ਤੁਹਾਡੇ ਸਾਹਮਣੇ ਲੈ ਆਵਾਂ। ਉਹ ਜਿਹੜੇ 5 ਮਿੰਟਾਂ 'ਚ ਜਿਹੜਾ ਮੈਮੋਰੈਂਡਮ ਦਿੱਤਾ ਗਿਆ ਸੀ, ਅੱਜ 40 ਦਿਨਾਂ ਦੇ ਵਿੱਚ ਨਹੀਂ ਉਹ ਦਿੱਤਾ ਜਾ ਪਾ ਰਿਹਾ। 40 ਦਿਨ 22 ਮਈ ਤੋਂ ਅਸੀਂ ਇਹ ਮੁਹਿੰਮ ਸ਼ੁਰੂ ਕੀਤੀ ਕਿ ਯਾਰ ਮਿਲਿਆ ਜਾਏ, ਹਨਾ। ਹੋ ਸਕਦਾ ਕਈ ਵਾਰੀ ਬੰਦਾ ਇੰਨੇ ਰੁਝੇਵਿਆਂ 'ਚ ਵਿਸਰ ਜਾਂਦਾ, ਕੋਈ ਗੱਲ ਉਹਦੇ ਧਿਆਨ 'ਚ ਨਹੀਂ, ਪਰ ਚਲੋ ਆਪਾਂ ਜਾ ਕੇ ਰਿਮਾਈਂਡਰ ਦਿੰਦੇ ਆ ਉਹਨਾਂ ਨੂੰ ਵੀ ਆਪਾਂ ਕੇਜਰੀਵਾਲ ਸਾਹਿਬ ਨੂੰ ਦਿੱਤਾ ਸੀ, ਉਹ ਹੁਣ ਕੋਈ ਤਾਂ ਕਾਰਵਾਈ ਹੋਏਗੀ ਨਾ ਉਹਦੇ ਤੇ। ਅਸੀਂ ਉਸੇ ਸ਼ਹਿਰੀ ਕਲਸੀ MLA ਸਾਹਿਬ ਜਿਹੜੇ ਬਟਾਲੇ ਤੋਂ ਬਣ ਗਏ, ਉਹਨਾਂ ਨੂੰ ਅਪਰੋਚ ਕੀਤਾ ਸਭ ਤੋਂ ਪਹਿਲਾਂ ਜਾ ਕੇ ਵੀ ਹੁਣ ਕਾਫੀ ਸਮਾਂ ਹੋ ਗਿਆ, ਸਾਡੀ ਮੁੱਖ ਮੰਤਰੀ ਸਾਹਿਬ ਨਾਲ ਇੱਕ ਮੁਲਾਕਾਤ ਕਰਾ ਦਿਓ, ਅਸੀਂ ਸਾਡਾ ਮੈਮੋਰੈਂਡਮ ਹੈ, ਇਹ ਅਸੀਂ ਉਹਨਾਂ ਨੂੰ ਹੈਂਡਓਵਰ ਕਰਨਾ। ਉਹ ਕਹਿੰਦੇ ਠੀਕ ਆ ਜੀ, ਮੈਂ ਗੱਲ ਕਰਾਂਗਾ। 4-5 ਦਿਨ ਬਾਅਦ ਉਹ ਕਹਿੰਦੇ ਜੀ ਮੇਰੀ ਗੱਲ ਨਹੀਂ ਹੋ ਪਾ ਰਹੀ, ਇੱਕ MLA ਦੀ ਮੁੱਖ ਮੰਤਰੀ ਸਾਹਿਬ ਦੇ ਨਾਲ ਗੱਲ ਨਹੀਂ ਹੋ ਪਾ ਰਹੀ। ਉਹ ਕਹਿੰਦੇ ਵੀ ਮੈਂ ਗੱਲ ਨਹੀਂ ਕਰ ਪਾਇਆ, ਤੁਸੀਂ ਧਾਲੀਵਾਲ ਸਾਹਿਬ, ਕੁਲਦੀਪ ਸਿੰਘ ਧਾਲੀਵਾਲ ਜਿਹੜੇ ਨੇ ਆਪਣੇ ਮੰਤਰੀ ਨੇ ਇੱਥੋਂ ਪੰਚਾਇਤ ਮੰਤਰੀ, ਉਹ ਮੋਸਟ ਐਕਟਿਵ ਮੰਤਰੀ ਕਹਿ ਸਕਦੇ, ਜਿਹੜੇ ਏਡੇ ਕਬਜ਼ੇ ਛੁਡਾ ਰਹੇ ਹਨ, ਅਸੀਂ ਉਹਨਾਂ ਕੋਲ ਚਲ ਗਏ ਟਾਈਮ ਲੈ ਕੇ। 27 ਤਰੀਕ ਨੂੰ ਸਵੇਰ ਵੇਲੇ ਉਹਨਾਂ ਦੇ ਕੋਲ ਚਲੇ ਗਏ। ਉਹਨਾਂ ਨੇ ਜਿਹੜੀ ਗੱਲ ਕਹੀ, ਉਹਨਾਂ ਨੇ ਸਾਨੂੰ ਹੋਰ ਹੈਰਾਨ ਕਰਤਾ। ਉਹ ਕਹਿੰਦੇ ਸਾਡੀ ਫੋਨ ਤੇ ਗੱਲ ਨਹੀਂ ਹੁੰਦੀ ਮੁੱਖ ਮੰਤਰੀ ਸਾਹਿਬ ਨਾਲ। ਉਹ ਕਿਉਂ ਨਹੀਂ? ਮੋਸਟ ਐਕਟਿਵ ਮੰਤਰੀ ਹੋਏ ਪੰਜਾਬ ਦਾ, ਉਹ ਕਹਿੰਦਾ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਫੋਨ ਤੇ ਕੋਈ ਕੰਟੈਕਟ ਨਹੀਂਗਾ। ਜਦੋਂ ਮੁੱਖ ਮੰਤਰੀ ਸਾਹਿਬ ਨੇ ਸਾਨੂੰ ਸੱਦਣਾ ਹੁੰਦਾ, OSD ਦਾ ਫੋਨ ਆ ਜਾਂਦਾ ਤੇ ਅਸੀਂ ਚਲੇ ਜਾਂਦੇ ਆ, ਤੇ ਉੱਥੇ ਮਿਲ ਕੇ ਜਿਹੜੀ ਗੱਲ ਹੁੰਦੀ ਹੈ ਕਿ ਚਲੋ ਤੁਸੀਂ ਮਿਲੋਗੇ। ਉਦੋਂ ਜੇ ਕੈਬਨਿਟ ਮੀਟਿੰਗ ਹੋਣੀ ਸੀ 30 ਤਰੀਕ ਦੀ,
ਖੈਰ ਉਹ ਕੈਂਸਲ ਹੋ ਗਈ, ਉਹ ਸਿੱਧੂ ਮੂਸੇਵਾਲੇ ਵਾਲੀ ਜਿਹੜੀ ਵਾਰਦਾਤ ਸੀ ਉਹਨਾਂ ਦਿਨਾਂ 'ਚ ਹੋ ਗਈ, ਪਰ ਉਸ ਤੋਂ ਬਾਅਦ ਵੀ ਮੀਟਿੰਗਾਂ ਹੋਈਆਂ। ਅੱਜ ਤੁਸੀਂ ਦੇਖ ਲਓ 27 ਤੋਂ ਲੈ ਕੇ ਤੇ ਅੱਜ ਜਿਹੜੀ ਤਰੀਕ ਅੱਜ ਮੈਨੂੰ ਲੱਗਦਾ ਸ਼ਾਇਦ 30 ਤਰੀਕ ਚੱਲਦੀ ਪਈ ਹੈ ਨਾ, ਉਧਰੋਂ ਕੋਈ ਗੁਰਪ੍ਰੀਤ ਸਿੰਘ ਜੀ, ਕੋਈ ਰਿਸਪੌਂਸ ਨਹੀਂ ਹੈ। ਹਾਂਜੀ, ਇੱਕ ਸਵਾਲ ਇਹ ਸੀ ਵੀ ਜੇ ਉਹ ਨਹੀਂ ਤੁਹਾਨੂੰ ਮਿਲਦੇ, ਕੀ ਇਸ ਦਾ ਕੋਈ ਅਲਟਰਨੇਟ ਤੁਸੀਂ ਹੋਰ ਨਹੀਂ ਸੋਚਿਆ ਵੀ ਤੁਸੀਂ ਇਹਨਾਂ ਨੂੰ ਰਿਟਰਨਸ ਦੇ ਵਿੱਚ ਡਾਕੂਮੈਂਟੇਸ਼ਨ ਰਜਿਸਟਰਡ ਤੌਰ ਤੇ ਉਹਨਾਂ ਨੂੰ ਭੇਜੇ ਜਾਣ, ਸਬੂਤ ਰੱਖੇ ਜਾਣ ਵੀ ਅਸੀਂ ਆ ਤੁਹਾਨੂੰ ਭੇਜੇ ਸੀ ਜੀ? ਤੁਸੀਂ ਹੈਰਾਨ ਰਹਿ ਜਾਓਗੇ, ਅਜੇ ਤਾਂ ਮੈਂ ਸ਼ੁਰੂਆਤ ਕੀਤੀ ਗੱਲ ਦੀ। ਅਸੀਂ 29 ਤਰੀਕ ਨੂੰ ਦਿਨੇਸ਼ ਚੱਡਾ ਜੀ ਨੂੰ ਮਿਲੇ, MLA ਰੋਪੜ, ਉਹਨਾਂ ਨੇ ਵੀ ਕੋਈ ਹੱਲ ਨਹੀਂ ਕੀਤਾ। 2 ਜੂਨ ਨੂੰ, ਇਸ ਮਹੀਨੇ ਦੀ 2 ਜੂਨ ਨੂੰ ਅਸੀਂ ਉਹਨਾਂ ਦੇ ਘਰ ਗਏ ਹਾਂ, CM ਰੈਜ਼ੀਡੈਂਸ ਗਏ ਹਾਂ, ਆਫੀਸ਼ੀਅਲ ਰੈਜ਼ੀਡੈਂਸ ਜਿਹੜੀ, ਉੱਥੇ ਉਹਨਾਂ ਦੇ OSD ਨੂੰ ਮਿਲੇ, ਉਹਨਾਂ ਨੂੰ ਵੀ ਸੇਮ ਬੇਨਤੀ ਕੀਤੀ। ਉਹ 5-7 ਦਿਨ ਬਾਅਦ ਕਹਿੰਦੇ ਵੀ ਤੁਹਾਡਾ ਮੈਟਰ ਪੁੱਟ ਅਪ ਕਰ ਦਿੱਤਾ ਮੁੱਖ ਮੰਤਰੀ ਸਾਹਿਬ ਕੋ, ਉਹ ਤੁਹਾਨੂੰ ਕਾਲ ਕਰ ਲੈਣਗੇ। ਕੋਈ ਕਾਲ ਨਹੀਂ ਆਈ। ਅਸੀਂ 17 ਜੂਨ ਨੂੰ ਫਿਰ ਸੁਨਾਮ ਗਏ ਆ, ਜਿੱਥੇ ਇਹਨਾਂ ਦਾ ਰੋਡ ਸ਼ੋਅ ਸੀ ਉਸ ਦਿਨ, ਉੱਥੇ ਜਾ ਕੇ ਅਮਨ ਅਰੋੜਾ ਜੀ ਨੂੰ ਮਿਲੇ, ਜਿਹੜੇ ਆਪਾਂ ਜਾਣਦੇ ਕਿ ਇੱਕ ਬੜੇ ਪ੍ਰਭਾਵਸ਼ਾਲੀ ਸ਼ਖਸੀਅਤ ਨੇ। ਦਵਿੰਦਰਜੀਤ ਸਿੰਘ ਧਰਮਕੋਟ ਤੋਂ MLA, ਉਹਨਾਂ ਨੂੰ ਮਿਲੇ। ਉਹਨਾਂ ਦੇ ਰਾਹੀਂ ਸੁਖਵੀਰ ਸਿੰਘ ਇਹਨਾਂ ਦੇ PA ਸਾਹਿਬ, ਉਹਨਾਂ ਨੂੰ ਮਿਲੇ। ਉਹਨਾਂ ਨੂੰ ਗੱਡੀ 'ਚ ਬੈਠਿਆਂ ਫਾਈਲ ਦਿੱਤੀ ਆ ਵੀ ਇਹਦੇ ਅਸੀਂ ਮੈਮੋਰੈਂਡਮ ਦੇਣਾ ਚਾਹੁੰਦੇ ਆ। ਉਹਨਾਂ ਨੇ ਆਪ ਨੰਬਰ ਡਾਇਲ ਕਰ ਦਿੱਤਾ, ਕਹਿੰਦੇ ਇਸ ਨੰਬਰ ਤੇ ਸੰਪਰਕ ਕਰਿਓ, ਆਪਾਂ ਟਾਈਮ ਮਿਲ ਲਾਂਗੇ ਇਲੈਕਸ਼ਨ ਤੋਂ ਬਾਅਦ। ਹੁਣ ਇਲੈਕਸ਼ਨ ਲੰਘੀ ਨੂੰ ਵੀ ਕਿੰਨੇ ਦਿਨ ਹੋ ਗਏ, ਹੁਣ ਤਾਂ ਰਿਜ਼ਲਟ ਵੀ ਆ ਗਿਆ, ਪਰ ਉਧਰੋਂ ਕੋਈ ਫੋਨ ਨਹੀਂ ਆਇਆ। ਸਾਡੇ ਫੋਨ ਚੱਕਦੇ ਨਹੀਂ, ਉਧਰੋਂ ਰਿਸਪੌਂਡ ਕਰਦੇ ਨਹੀਂ। ਤੇ ਪਰ ਇੱਕ ਗੱਲ ਜਿਹੜੀ ਵੇਖੋ, ਇਹਨਾਂ ਦਾ ਆਪਣਾ ਜਿਹੜਾ ਬਿਆਨ ਸੀਗਾ ਨਾ ਭਗਵੰਤ ਮਾਨ ਜੀ ਦਾ, 25 ਜਨਵਰੀ ਦਾ ਬਿਆਨ ਸੀ ਕਿ ਬੇਮਿਸਾਲ ਸਜ਼ਾ ਉਹਨਾਂ ਦੇ ਵਾਸਤੇ ਨਿਰਧਾਰਿਤ ਕੀਤੀ ਜਾਏਗੀ, ਬੇਅਦਬੀਆਂ ਦੇ ਦੋਸ਼ੀਆਂ ਵਾਸਤੇ, ਤਾਂ ਕਿ ਅੱਗੋਂ ਕੋਈ ਹਿੰਮਤ ਨਾ ਕਰ ਸਕੇ। ਸੋ ਉਸ ਚੀਜ਼ ਨੂੰ ਲੈ ਕੇ ਅਸੀਂ ਇੰਨੀ ਕੋਸ਼ਿਸ਼ ਕਰਦੇ ਪਏ ਹਾਂ, ਪਰ ਅੱਜ ਤੱਕ ਸਾਨੂੰ ਸਮਾਂ ਹੀ ਨਹੀਂ ਦਿੱਤਾ ਜਾ ਰਿਹਾ, ਮੱਥੇ ਹੀ ਨਹੀਂ ਲੱਗਣ ਦਿੱਤਾ ਜਾ ਰਿਹਾ। ਉਹ ਦੇਖੋ ਗੱਲ ਕਿੱਧਰ ਦੀ ਆ। ਉਦੋਂ ਕੋਈ ਗੁਰਪ੍ਰੀਤ ਸਿੰਘ ਹੋਰ ਤਾਂ ਨਹੀਂ ਸੀਗਾ ਵੀ ਜਿਹਨੂੰ ਤੁਸੀਂ ਸਟੇਜ ਤੇ ਸੱਦ ਕੇ ਤੇ ਤੁਸੀਂ ਉਹ ਮੈਂ ਸਾਰੀ ਵੀਡੀਓ ਵੀ ਤੁਹਾਡੇ ਕੋਲ ਹੋਏਗੀ, ਉਹ ਤੁਸੀਂ ਦਿਖਾ ਸਕਦੇ ਹੋ ਉਦਣ ਕੀ ਸੀ ਤੇ ਅੱਜ ਕੀ ਬਣ ਗਿਆ, ਕੀ ਗੱਲ ਹੋ ਗਈ ਹੈ। ਇਹ ਕੋਈ ਡਾਟਾ ਡਿਲੀਟ ਹੋ ਗਿਆ ਕਿ ਬੇਅਦਬੀ ਲਫ਼ਜ਼ ਹੀ ਡਿਲੀਟ ਹੋ ਗਿਆ? ਆ ਪੂਰਾ ਸੈਸ਼ਨ ਚੱਲਿਆ, ਕਿਤੇ ਬੇਅਦਬੀ ਦਾ ਇੱਕ ਲਫ਼ਜ਼ ਕਿ ਸਰਕਾਰੀ ਪੱਖ ਤੋਂ ਆਇਆ ਹੋਏ ਤੇ ਮੈਨੂੰ ਦੱਸੋ। ਮੁੱਖ ਮੰਤਰੀ ਸਾਹਿਬ ਹਰ ਪੱਖ ਤੇ ਨੇ, ਠੀਕ ਹੈ, ਜਿਹੜੇ ਕੰਮ ਕਰਦੇ ਤੇ ਚੰਗੇ ਕੰਮ ਨੇ, ਕਈ ਬਹੁਤ ਅੱਛੇ ਕੰਮ ਕੀਤੇ, ਪੰਜਾਬ ਦੀ ਭਲਾਈ ਦੇ ਕੀਤੇ, ਅਸੀਂ ਉਹਨਾਂ ਨੂੰ ਨਹੀਂ ਨਿੰਦਦੇ। ਅਸੀਂ ਸਿਰਫ ਇਹ ਸਵਾਲ ਕਰਦੇ ਹਾਂ ਕਿ ਬੇਅਦਬੀ ਦੇ ਮੁੱਦੇ ਤੇ ਕੀ ਕੀਤਾ ਜੇ। ਅੱਛਾ, ਇੱਕ ਗੁਰਪ੍ਰੀਤ ਸਿੰਘ ਵਾਲੇ ਜਵਾਬ ਵੀ ਦੇ ਦਿੱਤਾ ਇਹਨਾਂ ਨੂੰ। ਗੁਰਪ੍ਰੀਤ ਜੀ, ਇੱਕ ਇਹ ਦੱਸਿਆ ਜੀ ਵੀ ਤੁਸੀਂ ਰੋਪੜ ਗਏ, ਸੁਨਾਮ ਗਏ, ਧਾਲੀਵਾਲ ਗਏ, ਕਾਫੀ ਜਗ੍ਹਾ ਜਾਏ, ਕੀ ਗੱਲ ਅੰਮ੍ਰਿਤਸਰ ਨਹੀਂ ਗਏ? ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਨਹੀਂ ਮਿਲੇ ਜਿਨ੍ਹਾਂ ਨੇ ਸਿੱਟ ਬਣਾਈ ਸੀ? ਉਹਨਾਂ ਨੂੰ ਅਸੀਂ ਪਹਿਲਾਂ ਮਿਲਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹਨਾਂ ਦਾ ਇੱਕ ਸਾਨੂੰ ਇਨਡਾਇਰੈਕਟ ਜਿਹਾ ਸੁਨੇਹਾ ਆਇਆ ਵੀ ਮੇਰੇ ਵੱਸੋਂ ਬਾਹਰ ਦੀ ਗੱਲ ਆ। ਅੱਛਾ, ਜਿਹੜੇ ਸੱਜਣ ਦੇ ਨਾਲ ਕੀਤੀ ਨਾ ਉਹ, ਕਿਉਂਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਤਾਂ ਖੁਦ ਇਹਨਾਂ ਨੇ ਸਾਈਡ ਲਾਈਨ ਜੇ ਲਾਏ ਰੱਖਿਆ। ਵੇਖੋ ਜਿੱਦਣ ਚੋਣ ਜਿੱਤੇ ਸੀ ਉਦੋਂ ਗ੍ਰਹਿ ਮੰਤਰੀ ਦੀ ਉਹਨਾਂ ਦੇ ਆਲੇ ਦੁਆਲੇ ਪੂਰਾ ਸੀਗਾ। ਇੰਨਾ ਵੀ ਸੀ ਕਿ ਕੇਜਰੀਵਾਲ ਸਾਹਿਬ ਜਿੱਦਣ ਉਹਨਾਂ ਦੀ ਕੰਪੇਨ ਤੇ ਗਏ ਸੀ ਪਹਿਲਾਂ, ਉੱਥੇ ਉਹਨਾਂ ਨੂੰ ਇਸ਼ਾਰਾ ਵੀ ਕਰਕੇ ਆਏ ਸੀ ਕਿ ਤੁਹਾਨੂੰ ਇੱਕ ਪੰਜਾਬ ਨੂੰ ਚੰਗਾ ਜਿਹੜਾ ਗ੍ਰਹਿ ਮੰਤਰੀ ਮਿਲੇਗਾ, ਪਰ ਉਹਨਾਂ ਨੂੰ ਵੀ ਸਾਈਡ ਲਾਈਨ ਤੇ ਲਾ ਕੇ ਰੱਖਿਆ ਹੋਇਆ। ਹੁਣ ਇਹ ਕੀ ਕਰੀਏ? ਬੇਅਦਬੀ ਦੇ ਮਸਲੇ ਦੇ ਉੱਤੇ ਜਿਸ IPS ਅਫਸਰ ਨੇ ਅਸਤੀਫਾ ਦਿੱਤਾ ਹੋਏ, ਉਹਨੂੰ ਬੇਅਦਬੀ ਦੇ ਮਸਲੇ ਦੇ ਬਾਰੇ ਕੋਈ ਗੱਲ ਕਰਨ ਦਾ ਹੱਕਦਾਰ ਨਾ ਹੋਏ, ਤੇ ਫਿਰ ਆਪਾਂ ਕੀ ਕਹਿ ਸਕਦੇ ਆ? ਬੜਾ ਵੱਡਾ ਦੁਖਾਂਤ ਹੈ ਇਹ। ਪਤਾ ਨਹੀਂ ਕੀ ਚੇਂਜ ਆ ਜਾਂਦੀ ਹੈ ਜਦੋਂ ਕੁਰਸੀ ਤੇ ਬੈਠਦੇ ਨੇ, ਪਤਾ ਨਹੀਂ ਕੀ ਉਹ ਚੀਜ਼ ਹੈ ਕਿ ਇਹ ਬੇਅਦਬੀ ਭੁੱਲ ਜਾਂਦੀ ਹੈ, ਬਾਕੀ ਸਾਰਾ ਕੁਝ ਯਾਦ ਰਹਿ ਜਾਂਦਾ। ਜੇ ਤੁਸੀਂ ਕਹਿ ਰਹੇ ਹੋ ਵੀ ਤੁਹਾਨੂੰ ਮਿਲਦੇ ਨਹੀਂ, ਤੁਹਾਡੀ ਕੋਈ ਗੱਲ ਨਹੀਂ ਸੁਣਦੇ, ਫਿਰ ਤੁਸੀਂ ਤਾਂ ਅਲਟਰਨੇਟ ਨੈਕਸਟ ਤੁਹਾਡਾ ਕੀ ਹੈ, ਸਟੈਪ ਕੀ ਹੈ? ਨੈਕਸਟ ਅਲਟਰਨੇਟ ਤਾਂ ਅਸੀਂ ਰੱਖ ਕੇ ਬੈਠੇ ਹਾਂ ਜੀ। ਹੁਣ ਵੇਖੋ ਖਾਲਸੇ ਹੁਣ ਜਦੋਂ ਚੱਲ ਹੀ ਪਏ ਨੇ ਤੇ ਬੜੀਆਂ ਸੰਗਤਾਂ ਇਸ ਗੱਲ ਨੂੰ ਲੈ ਕੇ ਚਿੰਤਤ ਵੀ ਨੇ ਤੇ ਦੁਖੀ ਵੀ ਨੇ। ਹੁਣ ਉਹ ਸਾਰੀਆਂ ਸੰਗਤਾਂ ਇਕੱਠੀਆਂ ਹੋ ਕੇ ਫਿਰ ਇਹਨਾਂ ਨੂੰ ਦਿਖਾਉਣਗੀਆਂ ਵੀ ਬੇਅਦਬੀ ਦਾ ਕੀ। ਇੱਕ ਜਵਾਬ ਤਾਂ ਵੇਖੋ ਦੇ ਦਿੱਤਾ, ਇੱਕ ਤਾਂ ਜਵਾਬ ਇਹਨਾਂ ਨੂੰ ਦੇ ਦਿੱਤਾ, ਤੁਸੀਂ ਵੀ ਪਿੱਛੋਂ ਸੁਣਾ, ਤੁਹਾਡੇ ਏਰੀਏ ਨੇ ਜਵਾਬ ਦੇ ਦਿੱਤਾ, ਜੇ ਤੁਹਾਨੂੰ ਬੇਅਦਬੀ ਨਹੀਂ ਯਾਦ ਤੇ ਸਾਨੂੰ ਤੁਸੀਂ ਵੀ ਨਹੀਂ ਯਾਦ। ਵੇਖੋ 90 ਦਿਨਾਂ ਦੇ ਵਿੱਚ ਜਿਹੜੀ ਸੀਟ ਟੋਟਲ ਜੇ ਆਪਾਂ ਲਾਈਏ ਤੇ 4 ਲੱਖ ਤੋਂ ਵੱਧ ਵੋਟਾਂ ਦੇ ਨਾਲ ਸਾਰੇ MLA ਜਿੱਤੇ ਸੀ। ਕੱਲੇ ਅਮਨ ਅਰੋੜਾ ਹੀ ਮੇਰੇ ਖਿਆਲ 75,000 ਤੋਂ ਵੱਧ ਵੋਟਾਂ ਨਾਲ ਜਿੱਤੇ ਸੀ। ਉਹ ਫਿਰ ਕੀ ਹੋ ਗਿਆ ਏਡਾ 3 ਮਹੀਨਿਆਂ 'ਚ ਕੀ ਹੋ ਗਿਆ? ਉੱਥੋਂ ਜਿਹੜੇ ਨੇ 5,500 ਵੋਟ ਦੇ ਨਾਲ ਹਾਰਦੇ ਪਏ, 5800 ਵੋਟ ਦੇ ਨਾਲ ਹਾਰਦੇ ਪਏ, ਕੀ ਹੋ ਗਿਆ? ਅਣਗੌਲਿਆਂ ਕਰੋਗੇ, ਜਿਹੜਾ ਗੁਰੂ ਦਾ ਨਹੀਂ ਉਹ ਪੰਜਾਬ ਦਾ ਵੀ ਨਹੀਂ ਹੋ ਸਕਦਾ ਜੀ। ਪੰਜਾਬੀਆਂ ਦੇ ਖੂਨ ਦੇ ਵਿੱਚ ਇਹ ਗੱਲ ਰਚੀ ਹੈ। ਬੇਅਦਬੀ ਦੇ ਤੇ ਜਿਹੜਾ ਏਦਾਂ ਦੀ ਰਾਜਨੀਤੀ ਕਰਦਾ ਹੈ ਨਾ, ਪਹਿਲਿਆਂ ਦਾ ਜੋ ਹਸ਼ਰ ਹੋਇਆ ਉਹ ਸਾਰਿਆਂ ਦੇ ਸਾਹਮਣੇ ਆ। ਤੇ ਇਹ ਅਜੇ ਇਹਨਾਂ ਕੋਲ ਟਾਈਮ ਹੈਗਾ, ਪਰ ਜੇ ਇਹ ਸੀਰੀਅਸ ਨਹੀਂ ਹੁੰਦੇ ਤੇ ਫਿਰ ਸੰਘਰਸ਼ ਦਾ ਰਾਹ ਜਿਹੜਾ ਉਹ ਤਾਂ ਫੜਨਾ ਹੀ ਪੈਂਦਾ ਜੀ। ਉਹ ਤਾਂ ਫੜਦੇ ਆਏ ਆ।
ਪਹਿਲਾਂ ਵੀ ਸੰਘਰਸ਼ ਕੀਤੇ ਨੇ, ਇਹ ਵੀ ਸੰਘਰਸ਼ ਕੀਤਾ ਜਾਊਗਾ। ਕਿਸਾਨੀ ਮੋਰਚੇ ਤੇ ਕਿੰਨਾ ਵੱਡਾ ਸੰਘਰਸ਼ ਕੀਤਾ ਸੀ, ਕਿੱਥੇ ਦਿੱਲੀ ਦੇ ਬਾਰਡਰਾਂ ਤੇ ਜਾ ਕੇ ਉੱਥੇ 13 ਮਹੀਨੇ ਬੈਠੇ ਰਹੇ, ਉਹ ਵੀ ਤਾਂ ਸੰਘਰਸ਼ ਸੀਗਾ ਨਾ। ਉਹ ਤਾਂ ਸਾਡੀ ਰੋਜ਼ੀ ਰੋਟੀ ਦਾ ਸੰਘਰਸ਼ ਹੀ ਹੈ, ਤੇ ਸਾਡੇ ਗੁਰੂ ਦੀ ਆਨ ਸ਼ਾਨ ਦਾ ਮਸਲਾ ਹੈ। ਉਹ ਮਸਲਾ ਜਿਹਦੇ ਤੇ ਸਾਨੂੰ 7 ਸਾਲ ਹੋ ਗਏ ਨੇ ਦਰਦ ਭੋਗਦਿਆਂ, ਤੇ ਇਹ ਜਿਹੜੇ ਕੁਰਸੀਆਂ ਤੇ ਬਹਿਣ ਵਾਲੇ, ਪਹਿਲਾਂ ਇਹਨਾਂ ਦੇ ਗੱਲ ਹੋਰ ਹੁੰਦੀ ਹੈ, ਦੰਦ ਹੋਰ ਹੁੰਦੇ ਨੇ, ਤੇ ਜਦੋਂ ਖਾਣ ਵਾਲੀ ਗੱਲ ਆਉਂਦੀ ਉਦੋਂ ਭੁੱਲ ਹੀ ਜਾਂਦੇ ਨੇ। ਇਹ ਬੜਾ ਵੱਡਾ ਦੁਖਾਂਤ ਹੈ ਹਰਪਾਲ ਸਿੰਘ ਜੀ। ਮੈਂ ਚਾਹੁੰਦਾ ਕਿ ਤੁਸੀਂ ਇਸ ਗੱਲ ਨੂੰ ਦੁਨੀਆ ਤੱਕ ਪਹੁੰਚਾਓ, ਸਾਰੇ ਪੰਜਾਬੀਆਂ ਨੂੰ ਪਤਾ ਲੱਗੇ ਕਿ ਇਹਨਾਂ ਦਾ ਕੀ ਐਟੀਟਿਊਡ ਕੀ ਹੈ ਇਸ ਮਸਲੇ ਦੇ ਉੱਤੇ, ਕਿਉਂ ਨਹੀਂ ਇਹ ਸਮਾਂ ਦੇ ਰਹੇ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਕਿਉਂ ਭੁੱਲ ਕੇ ਬੈਠੇ ਹੋਏ ਨੇ। ਤੁਹਾਡੀ ਕੋਈ ਜਿਹੜੀ ਸੰਸਥਾ ਹੈਗੀ ਹੈ, ਇਹਨੂੰ ਪਿੱਛੇ ਕਿਸੇ ਰਾਜਨੀਤਿਕ ਪਾਰਟੀ ਦੀ ਸਹਾਇਤਾ ਨਹੀਂ ਹੈਗੀ? ਸਾਨੂੰ ਰਾਜਨੀਤਿਕ ਪਾਰਟੀ ਨੇ ਕਿੰਨੇ ਸ਼ਹਿ ਦੇਣੀ ਆ ਭਾਈ ਸਾਹਿਬ। ਰਾਜਨੀਤਿਕ ਪਾਰਟੀਆਂ ਜੇ ਕੁਝ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਦ ਰੱਖਦੀਆਂ ਹੁੰਦੀਆਂ ਤੇ ਸਾਨੂੰ ਤੁਰਨ ਦੀ ਲੋੜ ਨਹੀਂ ਸੀ ਪੈਣੀ। ਤੁਸੀਂ ਪੰਜਾਬ 'ਚ ਕਿਹੜੀਆਂ ਪਾਰਟੀਆਂ ਨੇ, ਹਨਾ? ਅਕਾਲੀ ਦਲ ਸੀ, ਅਕਾਲੀ ਦਲ ਤਾਂ ਬੇਅਦਬੀ ਦੇ ਲਫ਼ਜ਼ ਤੋਂ ਅੱਜ ਵੀ ਡਰੀ ਜਾਂਦਾ। ਉਹ ਬੇਅਦਬੀ ਦੇ ਲਫ਼ਜ਼ ਤੋਂ ਹੀ ਡਰੀ ਜਾ ਰਹੇ ਨੇ ਅੱਜ ਵੀ। ਅਸੀਂ ਮਿਲੇ ਸਾਂ, ਹਾਂ, ਇਹ ਵੀ ਗੱਲ ਇੱਕ ਮਿਸ ਹੋ ਗਈ, ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਵੀ ਮਿਲੇ ਸੀ ਅਸੀਂ। ਅੰਬ ਸਾਹਿਬ ਜਾ ਕੇ ਉਹਨਾਂ ਨੂੰ ਮਿਲੇ, ਉਹ ਕਹਿੰਦੇ ਅਸੀਂ ਤਾਂ ਆਪਣੇ ਸਮੇਂ ਦੇ ਉੱਤੇ ਉਮਰ ਕੈਦ ਦੀ ਸਜ਼ਾ ਕਰਵਾ ਦਿੱਤੀ ਸੀ, ਪਰ ਉਹ ਹੁਣ ਫਾਈਲ ਕਿੱਥੇ ਅਟਕੀ ਪਈ ਹੈ, ਕੀ ਆ, ਉਹਦੇ ਬਾਰੇ ਕੁਝ ਨਹੀਂ ਦੱਸਿਆ। ਇੰਨਾ ਕਿ ਕਹਿ ਕੇ ਤੇ ਉੱਠ ਕੇ ਚਲੇ ਗਏ ਸੀ। ਅਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਅਪਰੋਚ ਕੀਤੀ, ਸਮੇਂ-ਸਮੇਂ ਤੇ ਕੀਤੀ, ਪਰ ਕਿਸੇ ਨੇ ਨਹੀਂ ਜੀ ਸੁਣੀ। ਫਿਰ ਇਦਾਂ ਵੀ ਹੋ ਸਕਦਾ ਵੀ ਕਿਉਂ ਭੱਜਦੇ ਨੇ? ਇਹ ਕਿਹੜਾ ਵੋਟ ਬੈਂਕ ਹੈ ਇਹਨਾਂ ਦਾ ਜਿਹੜਾ ਖੁੱਸ ਜਾਊ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਮ ਉੱਤੇ? ਇਹ ਸਾਰੇ ਜਾਣਦੇ ਨੇ। ਮੈਂ ਫੇਰ ਇਹ ਗੱਲ ਕਹਿਣਾ, ਭਗਵੰਤ ਮਾਨ ਸਾਹਿਬ ਜਦੋਂ ਤੁਸੀਂ ਸਪੈਸ਼ਲ ਸੈਸ਼ਨ ਬੁਲਾਇਆ ਸੀ ਮੋਦੀ ਸਾਹਿਬ ਦੇ ਉਸ ਕਾਨੂੰਨ ਦੇ ਖਿਲਾਫ ਜਿਹੜਾ ਉਹਨਾਂ ਨੇ ਕੀਤਾ ਸੀਗਾ, ਤੁਸੀਂ ਹਾਊਸ ਦੇ ਵਿੱਚ ਗੱਲ ਕਹੀ ਸੀ, ਅਜੇ ਤੁਹਾਡੀ ਸਰਕਾਰ ਬਣਿਆ ਕੁਝ ਦਿਨ ਹੀ ਹੋਏ ਸੀ, ਤੁਸੀਂ ਗੱਲ ਕਹੀ ਸੀ ਕਿ ਪੰਜਾਬ ਗੁਰਾਂ ਦੇ ਨਾਂ ਤੇ ਜਿਉਂਦਾ। ਅੱਜ ਪੰਜਾਬ ਜਿਹੜਾ ਗੁਰਾਂ ਦੇ ਨਾਂ ਤੇ ਜਿਉਂਦਾ, ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਹਮਲੇ ਹੋ ਰਹੇ ਹੋਣ ਤੇ ਪੰਜਾਬੀ ਚੁੱਪ ਕਰਕੇ ਬਹਿ ਜਾਣ। ਤੁਹਾਡੇ ਵਰਗਾ ਮੁੱਖ ਮੰਤਰੀ ਜਿਹੜਾ ਕਿ ਕਿਸੇ ਗੱਲ ਦੇ ਉੱਤੇ ਵਿਰੋਧੀਆਂ ਨੂੰ ਬੋਲਣ ਨਹੀਂ ਦਿੰਦਾ, ਉਹ ਮੁੱਖ ਮੰਤਰੀ ਚੁੱਪ ਕਰਕੇ ਬਹਿ ਜੇ ਬੇਅਦਬੀ ਦੇ ਮਸਲੇ ਤੇ। ਕੀ ਬੇਅਦਬੀਆਂ ਹੋਈਆਂ ਨਹੀਂ ਬਾਅਦ 'ਚ? ਧਰਮਕੋਟ ਦੇ ਲਾਗੇ ਬੇਅਦਬੀ ਹੋਈ, ਬਠਿੰਡੇ ਲਾਗੇ ਬੇਅਦਬੀ ਹੋਈ ਆ, ਫਿਰ ਤੁਹਾਡਾ ਦਮਦਮਾ ਸਾਹਿਬ, ਤਖ਼ਤ ਸਾਹਿਬ ਤੋਂ ਨਜ਼ਦੀਕ ਇੱਕ ਬੇਅਦਬੀ ਹੋਈ ਆ, ਤੇ ਮਹਿਜ਼ DDR ਕੱਟ ਕੇ ਤੇ ਮਸਲੇ ਸਾਰ ਦਿੱਤੇ ਜਾਂਦੇ ਨੇ। ਕੋਈ ਸੀਰੀਅਸ ਨਹੀਂ ਹੈ ਇਹਦੇ ਤੇ। ਇੱਕ ਐਂਟੀ ਬੇਅਦਬੀ ਟਾਸਕ ਫੋਰਸ ਦਾ ਗਠਨ ਹੋਣਾ ਚਾਹੀਦਾ। ਅਸੀਂ ਮੈਮੋਰੈਂਡਮ 'ਚ ਵੀ ਮੰਗ ਕਰਦੇ ਪਏ ਹਾਂ, ਪਤਾ ਨਹੀਂ ਕੁਝ ਕਰਨ ਦੀ ਜਾਂ ਬਜਾਏ ਇਸ ਗੱਲ ਤੋਂ ਭੱਜਦੇ ਕਿਉਂ ਪਏ ਨੇ। ਇਹ ਸਮਝ ਤੋਂ ਬਾਹਰੀ ਗੱਲ ਹੈ। ਜਿਹੜੀਆਂ ਸੰਗਤਾਂ ਨਾਲ ਅਸੀਂ ਗੱਲ ਕਰਦੇ, ਉਹ ਕਹਿੰਦੇ ਹੋਇਆ ਕੀ ਹੈ, ਇਹ ਕਿਉਂ ਭੱਜਦੇ ਨੇ, ਇਹਨਾਂ ਦਾ ਕੀ ਨੁਕਸਾਨ ਹੈ? ਸਾਨੂੰ ਤਾਂ ਇਹਦੇ 'ਚ ਇਹਨਾਂ ਦਾ ਕੋਈ ਨੁਕਸਾਨ ਨਜ਼ਰ ਨਹੀਂ ਆ ਰਿਹਾ। ਤੁਸੀਂ ਜਿਵੇਂ ਸਰਕਾਰ ਦੇ ਵਿਰੁੱਧ ਮੋਰਚਾ ਖੋਲਿਆ ਹੋਇਆ, ਇਹ ਤੁਹਾਨੂੰ ਨਹੀਂ ਲੱਗਦਾ ਵੀ ਸ਼੍ਰੋਮਣੀ ਕਮੇਟੀ ਦੇ ਵੀ ਤਾਂ ਦੋਸ਼ ਇਹ ਲੱਗਦੇ ਆ ਵੀ 384 ਸਰੂਪਾਂ ਦੇ ਜਿਹੜੇ ਗੈਪ ਹੋਏ ਆ, ਉਹ ਅਜੇ ਤੱਕ ਉਹਨਾਂ ਦਾ ਪਤਾ ਨਹੀਂ ਲੱਗਿਆ। ਉਹਨਾਂ ਲਈ ਵੀ ਸ਼ਬਦ ਵਰਤਿਆ ਜਾਂਦਾ ਵੀ ਸ਼੍ਰੋਮਣੀ ਕਮੇਟੀ ਵੀ ਇਸ ਮਸਲੇ ਦੇ ਉੱਤੇ ਦੋਸ਼ੀ ਹੈ। ਕੀ ਅਸੀਂ ਮੰਨੀਏ ਵੀ ਆਉਣ ਵਾਲੇ ਸਮੇਂ 'ਚ ਤੁਸੀਂ ਇਹ ਜਿਹੜਾ ਮੋੜਾ ਹੈ, ਇਹ ਮਸਲਾ ਹੈ ਜਾਂ ਤੁਹਾਡਾ ਸੰਘਰਸ਼ ਹੈ, ਸ਼੍ਰੋਮਣੀ ਕਮੇਟੀ ਵਾਲੇ ਪਾਸੇ ਵੀ ਜਾਏਗਾ? ਦੇਖੋ ਜੀ, ਉਸ ਸੰਘਰਸ਼ ਦੇ ਉੱਤੇ ਕਾਫੀ ਸਾਰੇ ਵੀਰ ਲੱਗੇ ਨੇ। ਅਸੀਂ ਐਕਚੁਅਲੀ ਆਪਣਾ ਧਿਆਨ ਨਾ ਅਜੇ ਡਿਵਰਟ ਨਹੀਂ ਕਰਨਾ ਚਾਹੁੰਦੇ। ਸਮਾਂ ਆਏਗਾ ਤੇ ਜਿੱਦਾਂ ਦਾ ਸਮਾਂ ਬਣੇਗਾ ਉਹ ਅਸੀਂ ਕਰਾਂਗੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਮਸਲਾ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਮਸਲਾ, ਕਿਉਂਕਿ ਹੁਣ ਵੇਖੋ ਅਸੀਂ 2 ਮੁਹਾਜ ਪਹਿਲਾਂ ਖੋਲੇ ਹੋਏ ਨੇ। ਇੱਕ ਮੁਹਾਜ ਬਹੁਤ ਵੱਡਾ ਜੇ, ਇਹ ਸੌਖਾ ਕਾਰਜ ਨਹੀਂ ਹੈ। ਅਸੀਂ ਚਾਹਾਂਗੇ ਤੁਸੀਂ ਵੀ ਮੀਡੀਆ ਵਾਲੇ ਸਾਡੇ ਭਰਾ ਜਿਹੜੇ ਹੋ, ਤੁਸੀਂ ਸਾਡੇ ਭਰਾ ਹੀ ਹੋ, ਗੁਰੂ ਦੇ ਸਿੱਖ ਹੋ, ਗੁਰੂ ਨੂੰ ਪਿਆਰ ਕਰਨ ਵਾਲੇ ਹੋ, ਇਹ ਗੱਲ ਦੁਨੀਆ ਤੱਕ ਪਹੁੰਚਾਓ। ਇੰਨਾ ਸੌਖਾ ਨਹੀਂ। ਅਸੀਂ ਚਾਹੇ 140 45 ਸਮਾਗਮ ਕਰ ਚੁੱਕੇ ਹਾਂ। ਜਿਹੜਾ ਹੁਣ ਸਾਡੇ ਪਿਛਲੇ 21 ਸਮਾਗਮ ਹੋਏ ਉਹ ਥੋੜੇ ਹੋਰ ਇੱਕ ਫਾਰਮੈਟ 'ਚ ਸੀ। ਅਸੀਂ ਕਰੀਬ 450 ਪਿੰਡਾਂ ਤੱਕ ਇਹ ਹੋਕਾ ਦੇ ਚੁੱਕੇ ਆ ਕਿ ਆਪਣਾ ਗੁਰੂ ਘਰ ਦਾ ਪ੍ਰਬੰਧ ਆਪਾਂ ਸੁਚੱਜਾ ਕਰੀਏ, ਗੁਰੂ ਘਰ ਸੁੰਨੇ ਨਾ ਛੱਡੀਏ। ਇੱਕ ਤਾਂ ਬਹੁਤ ਵੱਡਾ ਮੁਹਾਜ ਹੈ, ਉਹਦੇ ਉੱਤੇ ਪ੍ਰਬੰਧਕਾਂ ਨੂੰ ਰਾਜੀ ਕਰਨਾ ਸਭ ਤੋਂ ਔਖਾ ਹੁੰਦਾ ਜੀ। ਪ੍ਰਬੰਧਕ ਸਮਾਂ ਨਹੀਂ ਦੇ ਕੇ ਰਾਜੀ। ਉਹਨਾਂ ਨੂੰ ਕਹੀਏ ਵੀ ਅੱਜ ਜੀ ਸਾਡੇ ਪਿੰਡ ਝੋਨਾ ਲੱਗਣਾ, ਕੱਲ ਕਰ ਲਈਏ, ਨਹੀਂ ਕੱਲ ਜੀ ਸਾਡੇ ਫਲਾਣਾ ਵਿਆਹ ਵਾ। ਸੋ ਸੰਗਤ ਸੇਵਾ ਕਰਨ ਨੂੰ ਰਾਜੀ ਹੈ, ਪਰ ਬਹੁਤ ਸਾਰੇ ਪ੍ਰਬੰਧਕ ਐਸੇ ਨੇ ਜਿਹੜੇ ਚਾਹੁੰਦੇ ਨਹੀਂ ਕਿ ਅਸੀਂ ਸਾਨੂੰ ਕੁਝ ਹੋਰ ਐਕਸਟਰਾ ਕਰਨਾ ਪਏ, ਇਸ ਗੱਲ ਨੂੰ ਇਗਨੋਰ ਮਾਰਦੇ ਨੇ। ਜਿਹੜੇ ਚੰਗੇ ਪ੍ਰਬੰਧਕ ਨੇ ਉਹਨਾਂ ਦੇ ਗੁਰੂ ਘਰਾਂ ਦੇ ਵਿੱਚ ਜਿੱਥੇ ਉਹਨਾਂ ਦਾ ਪ੍ਰਬੰਧ ਹੈ, ਉੱਥੇ 85 ਪਰਿਵਾਰ ਗੁਰੂ ਗ੍ਰੰਥ ਸਾਹਿਬ ਦੀ ਸੇਵਾ 'ਚ ਜੁੜ ਚੁੱਕੇ, ਜਦ ਕਿ ਅਸੀਂ 31 ਪਰਿਵਾਰਾਂ ਦੀ ਗੱਲ ਕਰਦੇ ਹਾਂ ਕਿ 31 ਪਰਿਵਾਰ ਵੀ ਸੇਵਾ 'ਚ ਜੁੜ ਜਾਣ ਨਾ, ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਨ ਸ਼ਾਨ ਵੱਲ ਕੋਈ ਕੈੜੀ ਅੱਖ ਕਰਕੇ ਨਹੀਂ ਝਾਕ ਸਕਦਾ। ਸੋ ਇੱਕ ਮੁਹਾਜ ਤਾਂ ਸਾਡਾ ਇਹ ਚੱਲਦਾ ਪਿਆ, ਬੜਾ ਵੱਡਾ ਮੁਹਾਜ ਹੈ। ਤੇ ਦੂਜਾ, ਤੁਹਾਨੂੰ ਪਤਾ ਸਰਕਾਰ ਮੌਕੇ ਦੀ ਸਰਕਾਰ ਹੈ, 92 MLA ਨੇ ਉਹਨਾਂ ਦੇ ਕੋਲ, ਉਹਨਾਂ ਨੂੰ ਵੀ ਅਸੀਂ ਹੁਣ ਮਜਬੂਰ ਕਰਨਾ। ਗੱਲ ਇਹ ਹੈ ਜੀ 295 ਧਾਰਾ ਨੂੰ ਸਖਤ ਕਿਉਂ ਨਹੀਂ ਕੀਤਾ ਜਾ ਰਿਹਾ, ਜਾਂ ਕੋਈ ਨਵਾਂ ਕਾਨੂੰਨ ਕਿਉਂ ਨਹੀਂ ਲਿਆਂਦਾ ਜਾ ਰਿਹਾ?
ਇਹ ਇੱਕ ਛੋਟਾ ਕਾਰਜ ਨਹੀਂ। ਜੇ ਇੰਨਾ ਹੀ ਕੰਮ ਹੋ ਜਾਂਦਾ ਨਾ, ਵੇਖੋ ਜਦੋਂ ਕਿਸੇ ਨੂੰ ਪਤਾ ਹੁੰਦਾ ਨਾ ਕਿ ਜਾਂ ਮੈਨੂੰ ਉਮਰ ਕੈਦ ਹੋ ਜਾਏਗੀ ਜਾਂ ਮੈਨੂੰ ਫਾਂਸੀ ਟੰਗਿਆ ਜਾਏਗਾ, ਫਿਰ ਕਤਲ ਕਿੰਨੇ ਘੱਟ ਹੁੰਦੇ ਨੇ। ਨਹੀਂ ਤੇ ਗਾਜਰ ਮੂਲੀ ਵਾਂਗੂ ਰੋਜ਼ ਬੰਦੇ ਵੱਡੇ ਜਾਂਦੇ ਹੋਣ। ਸੋ ਇਹ ਦੁਖਾਂਤ ਹੈ ਪੰਜਾਬ ਦਾ, ਇਹ ਪੰਜਾਬ ਦਾ ਬਹੁਤ ਵੱਡਾ ਦੁਖਾਂਤ ਹੈ। ਤੇ ਪਤਾ ਨਹੀਂ ਇਹਨਾਂ ਨੂੰ ਕਿਉਂ ਨਹੀਂ ਅੱਜ ਯਾਦ ਆ ਰਿਹਾ। ਇੰਡੀਵਿਜੂਅਲ ਤੌਰ ਤੇ ਮੈਂ ਇੱਕ ਗੱਲ ਤੁਹਾਨੂੰ ਇਹ ਵੀ ਕਹਿ ਦਵਾਂ, ਜਿੰਨੇ ਮੰਤਰੀ ਸਾਹਿਬ ਜਾਂ ਐਮਐਲਏ ਸਾਹਿਬ ਨਾਲ ਗੱਲ ਕੀਤੀ ਆ, ਇੰਡੀਵਿਜੂਅਲ ਨਿੱਜੀ ਤੌਰ ਤੇ ਸਾਰੇ ਹੀ ਸਾਡੀ ਗੱਲ ਨਾਲ ਸਹਿਮਤ ਸੀ ਕਿ ਇਹਦੇ ਤੇ ਛੇਤੀ ਕਾਰਵਾਈ ਹੋਣੀ ਚਾਹੀਦੀ ਆ। ਪਰ ਪਤਾ ਨਹੀਂ ਕਿਉਂ ਕੁਝ ਜਦੋਂ ਗੱਲ ਕਰਨ ਦੀ, ਜੋ ਕੁਝ ਕਰਨ ਦੀ ਵਾਰੀ ਹੈ, ਉੱਥੇ ਬੇਅਦਬੀ ਦਾ ਮੁੱਦਾ ਹੀ ਡਿਲੀਟ ਹੋ ਗਿਆ। ਅਸੀਂ ਇਹਨੂੰ ਹੁਣ ਭੁੱਲਣ ਨਹੀਂ ਦੇਣਾ। ਇਹ ਮੁੱਖ ਮੰਤਰੀ ਸਾਹਿਬ, ਇੱਕ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਗੱਲ ਕਹਿਦਾ ਕਿ ਚੋਣਾਂ ਇਹ ਨਹੀਂ ਗਾ ਵੀ ਹੁਣ ਇੱਕ ਵਾਰੀ ਹੋ ਗਈਆਂ ਤੇ ਫਿਰ ਹੋਣੀਆਂ ਹੀ ਨਹੀਂ। ਤੁਸੀਂ ਹਿਮਾਚਲ 'ਚ ਜਾ ਕੇ ਪੰਜਾਬ ਦੇ ਮਾਡਲ ਦੀ ਗੱਲ ਕਰਦੇ ਹੋ, ਦਿੱਲੀ ਦੇ ਮਾਡਲ ਤੁਸੀਂ ਪੰਜਾਬ 'ਚ ਦਿਖਾਇਆ, ਅਸੀਂ ਵੀ ਦਿਖਾਇਆ ਤੁਹਾਡੇ ਨਾਲ। ਮੈਂ ਵੀ ਦੱਸਦਾ, ਅਸੀਂ ਵੀ ਦਿਖਾਇਆ ਸੀ ਵੀ ਹਾਂ ਦਿੱਲੀ 'ਚ ਕੰਮ ਚੰਗਾ ਕੀਤਾ। ਚਲੋ ਉਹ ਕੰਮ ਤਾਂ ਤੁਸੀਂ ਕਰਦੇ ਪਏ, ਜਿਹੜਾ ਨਿੱਜੀ ਤੌਰ ਤੇ ਪੰਜਾਬ ਦਾ ਦੁੱਖ ਹੈ ਉਹਨੂੰ ਤੁਸੀਂ ਕਿਉਂ ਨਹੀਂ ਹੱਲ ਕਰਦੇ ਪਏ? ਸਾਰੇ ਪੰਜਾਬੀ ਦੁਖੀ ਆ, ਕੀ ਹਿੰਦੂ ਨਹੀਂ ਰਹਿੰਦੇ? ਜਿੱਦਣ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਹੁੰਦੀ ਹੈ, ਤੇਤੇ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਥ ਕੀਓ। ਹੈ ਧੰਨ ਧੰਨ ਮਾਤਾ ਦੇਵਕੀ ਕਿੱਥੇ ਲਿਖਿਆ? ਹਿੰਦੂਆਂ ਦਾ ਵੀ ਇਹਦੇ ਵਿੱਚ ਹੈ। ਉਹ ਮੈਨੂੰ ਇੱਕ ਸ਼ਬਦ ਯਾਦ ਆ ਗਿਆ, ਬਾਬਾ ਕਬੀਰ ਸਾਹਿਬ ਕਹਿੰਦੇ, ਰਾਜਨ ਕੌਣ ਤੁਮਾਰੇ ਆਵੇ ਐਸਾ ਭਾਉ ਬਿਦਰ ਕੋ ਦੇਖਿਓ, ਗਰੀਬ ਭਾਵੇ। ਬਿਦਰ ਦੇ ਘਰ ਕੌਣ ਗਿਆ ਸੀ? ਗੁਰੂ ਨਾਨਕ ਸਾਹਿਬ ਤਾਂ ਨਹੀਂ ਸੀ ਗਏ, ਉਹ ਕ੍ਰਿਸ਼ਨ ਮਹਾਰਾਜ ਗਏ ਸੀ। ਹਿੰਦੂ ਵੀ ਇਸ ਗੱਲ ਤੋਂ ਦੁਖੀ ਨੇ ਕਿ ਸਾਡੇ ਇਸ਼ਟ ਜਿਹੜੇ ਨੇ ਉਹਨਾਂ ਦੇ ਨਾਂ ਨੂੰ, ਉਹਨਾਂ ਦੇ ਅੰਗ ਭੰਗ ਕੀਤੇ ਜਾਂਦੇ ਨੇ। ਬਾਬਾ ਕਬੀਰ ਸਾਹਿਬ, ਬਾਬਾ ਰਵਿਦਾਸ ਜੀ, ਬਾਬਾ ਨਾਮਦੇਵ ਜੀ, ਹੈ ਵੇਖੋ ਕਿੰਨੇ ਭੱਟ ਸਾਹਿਬਾਨ ਨੇ, ਹੈ ਰਾਮਾਨੰਦ ਜੀ, ਪਰਮਾਨੰਦ ਜੀ ਬ੍ਰਾਹਮਣ ਨੇ। ਬਾਬਾ ਫਰੀਦ ਸਾਹਿਬ, ਹੈ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਦੀ ਗੱਲ ਕਰਨ ਵਾਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਸਰਬੱਤ ਦਾ ਭਲਾ ਮੰਗਣ ਵਾਲੇ, ਸਤਿਗੁਰ ਸਭਨੇ ਦਾ ਭਲਾ ਮਨਾਇਂਦਾ, ਕਿਸੇ ਦਾ ਬੁਰਾ ਕਿਉਂ ਹੋਏ? ਇਹ ਹੁਣ ਇਹਨਾਂ ਨੂੰ ਦੱਸਣਾ ਪੈਣਾ ਵੀ ਇਹ ਕੀ ਕਰ ਰਹੇ ਨੇ। ਐਸੇ ਗੁਰੂ ਗ੍ਰੰਥ ਸਾਹਿਬ ਅੱਜ ਕੁੱਲ ਦੁਨੀਆ ਜਿਨ੍ਹਾਂ ਦੇ ਸ਼ਰਨ ਦੇ ਵਿੱਚ ਆਉਣ ਵਾਸਤੇ ਤਿਆਰ ਹੈ, ਉਹਨਾਂ ਦੀ ਬੇਅਦਬੀ ਉਸ ਜਗ੍ਹਾ ਤੇ ਹੋ ਰਹੀ ਹੈ ਜਿੱਥੇ ਸੰਪਾਦਨਾ ਹੋਈ ਸੀ। ਇਸ ਗੱਲ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ, ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਸਾਡੇ ਹਿਰਦੇ ਬਲੂੰਦਰੇ ਨੇ, ਅਸੀਂ ਕਰਾਂਗੇ ਜੋ ਕਰ ਸਕਦੇ ਹੋਵਾਂਗੇ ਕਰਾਂਗੇ। ਤੇ ਆਉਂਦੇ ਸਮੇਂ ਦੇ ਵਿੱਚ ਜੇ ਇਹਨਾਂ ਨੇ ਸਾਨੂੰ ਕੋਈ ਸਹੀ ਇਨਸਾਫ ਨਾ ਦਿੱਤਾ ਇਸ ਮਸਲੇ ਤੇ, ਸੰਘਰਸ਼ ਦਾ ਰਾਹ ਤਾਂ ਖੁੱਲ੍ਹਾ ਹੀ ਹੈ ਜੀ। ਤੁਹਾਡਾ ਧੰਨਵਾਦ ਜੀ। ਪੰਜਾਬੀ ਲੋਕ ਚੈਨਲ ਨਾਲ ਤੁਸੀਂ ਗੱਲਬਾਤ ਕੀਤੀ, ਆਪਣਾ ਕੀਮਤੀ ਸਮਾਂ ਕੱਢਿਆ, ਤੇ ਉਮੀਦ ਕਰਦੇ ਹਾਂ ਕਿ ਜਿਹੜੀ ਇਸ ਸਮੇਂ ਦੀ ਸਰਕਾਰ ਹੈ ਉਹ ਜਾਗੇਗੀ ਤੇ ਜੋ ਮਸਲੇ ਨੇ ਜਿਨ੍ਹਾਂ ਦੇ ਕਰਕੇ ਇਹ ਸਰਕਾਰ ਆਈ, ਵਾਅਦੇ ਕੀਤੇ ਗਏ, ਉਹ ਆਪਣੇ ਪ੍ਰੋਮਿਸਿਸ ਤੇ ਪੂਰੇ ਉਤਰਨਗੇ। ਤੁਹਾਡਾ ਬਹੁਤ ਧੰਨਵਾਦ ਪੰਜਾਬੀ ਲੋਕ ਚੈਨਲ ਨਾਲ ਗੱਲ ਕਰ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।